ਪ੍ਰਾਈਮ ਏਸ਼ੀਆ ਟੀਵੀ ਵੇਖਣ ਸੁਣਨ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਕੱਲ ਦੇ ਦੌਰ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਉੱਪਰ ਦਬਾਅ ਹੁੰਦਾ ਹੈ। ਲੋਕੀ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ ਔਰ ਡਿਪਰੈਸ਼ਨ ਤੋਂ ਨਿਕਲਣ ਵਾਸਤੇ ਜਿਮਨੇਜ਼ੀਅਮ ਜਾਂਦੇ ਨੇ, ਆਪਣਾ ਸਰੀਰ ਜਿਹੜਾ ਉਹ ਪਤਲਾ ਰੱਖਣ ਵਾਸਤੇ, ਸਿਹਤਮੰਦ ਰੱਖਣ ਵਾਸਤੇ ਉਹ ਹੈਲਥ ਕਲੱਬਾਂ ਦੇ ਵਿੱਚ ਜਾਂਦੇ ਨੇ ਔਰ ਖਾਸ ਤੌਰ ਤੇ ਕੁਝ ਲੋਕ ਮਨ ਦੀ ਸ਼ਾਂਤੀ ਵਾਸਤੇ, ਸਰੀਰ ਦੀ ਤੰਦਰੁਸਤੀ ਵਾਸਤੇ ਯੋਗਾ ਵੀ ਕਰਦੇ ਨੇ। ਔਰ ਹੁਣ ਖਾਸ ਤੌਰ ਤੇ ਜਿਹੜੇ ਪੱਛਮੀ ਦੇਸ਼ ਨੇ ਉਹ ਵੀ ਪੂਰਬੀ ਦੇਸ਼ ਯਾਨੀ ਕਿ ਏਸ਼ੀਆ ਦੇ ਵਿੱਚ ਜਿਹੜਾ ਯੋਗਾ, ਖਾਸ ਤੌਰ ਤੇ ਜੇ ਆਪਾਂ ਯੋਗਾ ਦੀ ਗੱਲ ਕਰੀਏ, ਔਰ ਯੋਗਾ ਬਹੁਤ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਔਰ ਪੱਛਮੀ ਦੇਸ਼ਾਂ ਦੇ ਵਿੱਚ ਵੀ ਖਾਸ ਤੌਰ ਤੇ ਜਦੋਂ ਹਿੱਪੀ ਕਲਚਰ 1960 ਦੇ ਵਿੱਚ ਸ਼ੁਰੂ ਹੋਇਆ, ਇਹਨਾਂ ਨੇ ਵੀ ਇੰਡੀਆ ਦੇ ਵਿੱਚ ਜਾ ਕੇ, ਭਾਰਤ ਜਾ ਕੇ ਉੱਥੇ ਯੋਗਾ ਨੂੰ ਅਪਣਾਇਆ। ਔਰ ਇਹ ਯੋਗਾ ਦੀ ਗੱਲ ਕਰੀਏ, ਯੋਗ ਸ਼ਬਦ ਸੰਸਕ੍ਰਿਤ ਦਾ ਇੱਕ ਸ਼ਬਦ ਹੈ, ਇਹਦਾ ਮਤਲਬ ਹੁੰਦਾ ਹੈ ਜੋੜਨਾ। ਖਾਸ ਤੌਰ ਤੇ ਯੋਗ ਇੱਕ ਵਿਗਿਆਨ ਹੈ, ਇੱਕ ਸਾਇੰਸ ਹੈ ਔਰ ਯੋਗ ਕਿਹੜੇ ਸਮੇਂ ਕਰਨਾ ਚਾਹੀਦਾ ਹੈ, ਕਿੱਦਾਂ ਕਰਨਾ ਚਾਹੀਦਾ ਹੈ, ਕਿਹੜੀ ਉਮਰ ਦੇ ਵਿੱਚ ਕਰਨਾ ਚਾਹੀਦਾ ਹੈ ਔਰ ਇਹਦੇ ਕੀ ਫਾਇਦੇ ਨੇ, ਇਹਦੇ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਅੰਜਨਾ ਕੋਚਰ ਜੀ ਜਿਹੜੇ ਹਾਜ਼ਰ ਨੇ। ਔਰ ਅੰਜਨਾ ਕੋਚਰ ਜੀ ਨਾਲ ਅੱਜ ਆਪਾਂ ਖਾਸ ਤੌਰ ਤੇ ਯੋਗ ਵਿਧੀ ਬਾਰੇ ਗੱਲਾਂ ਬਾਤਾਂ ਕਰਾਂਗੇ। ਔਰ ਆਓ ਜੀ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅੰਜਨਾ ਜੀ, ਤੁਹਾਡਾ ਵੈਲਕਮ, ਇਸਤਕਬਾਲ ਕਰਦਾ, ਤੁਹਾਡਾ ਸਵਾਗਤ ਕਰਦਾ ਪ੍ਰਾਈਮ ਏਸ਼ੀਆ ਟੀਵੀ ਦੇ ਵਿੱਚ। ਥੈਂਕ ਯੂ ਸੋ ਮਚ ਸੁਪਨ ਜੀ। ਮੈਂ ਸਭ ਨੂੰ ਟਾਈਮ ਏਸ਼ੀਆ ਟੀਵੀ ਵਾਲਿਆਂ ਨੂੰ ਸਭ ਨੂੰ ਬਹੁਤ ਕਾਂਗਰੈਟਸ ਕਹਿੰਦੀ ਹਾਂ ਕਿ ਇੱਕ ਬੜਾ ਹੀ ਸੋਹਣਾ ਤੁਸੀਂ ਟੌਪਿਕ ਚੁਣਿਆ ਹੈਗਾ। ਟਾਈਮ ਇਹੋ ਜਿਹਾ ਹੈਗਾ ਕਿ ਅੱਜ ਜ਼ਿਆਦਾ ਤੋਂ ਜ਼ਿਆਦਾ ਲੋੜ ਹੈਗੀ ਹੈ ਯੋਗਾ ਦੀ। ਲੋਕ ਕਹਿੰਦੇ ਨੇ ਕਿਉਂ ਯੋਗਾ, ਲੇਕਿਨ ਮੈਂ ਕਈ ਵਾਰ ਲੋਕਾਂ ਨੂੰ ਇਹੀ ਕੁਐਸਚਨ ਕਹਿੰਦੀ ਹਾਂ ਕਿ ਯੋਗਾ ਦਾ ਤੁਸੀਂ ਜਿਵੇਂ ਦੱਸਿਆ ਕਿ ਮਤਲਬ ਹੈਗਾ ਯੂਨੀਅਨ ਜਾਂ ਜੋੜਨਾ, ਲੇਕਿਨ ਜੋੜਨਾ ਸਿਰਫ ਆਪਣਾ ਫਿਜ਼ੀਕਲ ਨਹੀਂ, ਬਸ ਸਰੀਰ ਨਹੀਂ ਹੈਗਾ, ਆਪਣਾ ਇਮੋਸ਼ਨਲ ਹੈਲਥ, ਮਾਨਸਿਕ ਜਿਹੜੀ ਤਣਾਅ ਹੈਗਾ, ਮੈਂਟਲ ਹੈਗਾ, ਸਪਿਰਿਚੁਅਲ ਹੈਗਾ, ਇਸ ਨੂੰ ਜੋੜਨਾ ਤੇ ਇੱਕ ਰੱਖਣਾ ਬਹੁਤ ਜ਼ਰੂਰੀ ਅੱਜ ਹੈਗਾ, ਜਿੰਨਾ ਨਹੀਂ ਸੀਗਾ 50 ਸਾਲ ਪਹਿਲੇ ਜਾਂ ਜਿੰਨਾ ਨਹੀਂ ਸੀ 100 ਸਾਲ ਪਹਿਲੇ। ਅੱਜ ਜਿਸ ਤਰੀਕੇ ਦੀ ਚੀਜ਼ਾਂ ਚੱਲ ਰਹੀਆਂ ਆਸ-ਪਾਸ ਦੇ, ਆਪਣਾ ਜਿਹੜਾ ਮਾਹੌਲ ਹੈਗਾ, ਉਸ ਵਾਸਤੇ ਮੇਰੇ ਖਿਆਲ ਯੋਗਾ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਹਰ ਕਿਸੇ ਵਾਸਤੇ ਜ਼ਰੂਰੀ ਹੈਗਾ। ਯੋਗਾ ਹੁਣ ਤਾਂ ਪੂਰੇ ਦੁਨੀਆ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਫੈਲ ਚੁੱਕਾ। ਹਾਲਾਂਕਿ ਇਹਦੀਆਂ ਜਿਹੜੀਆਂ ਰੂਟਸ ਨੇ, ਜਿਹੜੀਆਂ ਇਹਦੀਆਂ ਜੜ੍ਹਾਂ ਨੇ, ਉਹ ਭਾਰਤ ਦੇ ਵਿੱਚ ਹਿੰਦੂ ਮੈਥੋਲੋਜੀ ਦੇ ਵਿੱਚ ਕਹਿੰਦੇ ਨੇ ਸ਼ੁਰੂ ਹੋਈਆਂ। ਇਹ ਸੁਣਨ ਦੇ ਵਿੱਚ ਮਿਲਿਆ ਹੁਣ ਵੀ, ਕਿਉਂਕਿ ਪਹਿਲਾਂ ਪਾਕਿਸਤਾਨ ਵੀ ਭਾਰਤ ਦੇ ਵਿੱਚ ਆਉਂਦਾ ਸੀਗਾ ਤੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਵਿੱਚ ਅਜੇ ਵੀ ਪੁਰਾਣੀਆਂ ਮੂਰਤੀਆਂ ਜਿਹੜੀਆਂ ਮਿਲਦੀਆਂ ਨੇ ਜਿਹਦੇ ਵਿੱਚ ਯੋਗ ਆਸਨ ਕਰਦੇ ਜਿਹੜਾ ਦਿਖਾਏ ਗਏ ਨੇ। ਸੋ ਪਹਿਲਾਂ ਤੁਸੀਂ ਦੱਸੋ ਕਿ ਜਿਹੜਾ ਯੋਗ ਆ, ਔਰ ਇਹ ਆਮ ਤੌਰ ਤੇ ਮੰਨਿਆ ਜਾਂਦਾ ਕਿ ਖਾਸ ਤੌਰ ਤੇ ਸਿਰਫ ਹਿੰਦੂਆਂ ਦਾ ਹੀ ਇੱਕ ਖਾਸ ਤੌਰ ਤੇ ਇਹ ਯੋਗਾ ਹੈ, ਲੇਕਿਨ ਹੁਣ ਤਾਂ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੱਛਮੀ ਦੇਸ਼ਾਂ ਵਾਲਿਆਂ ਨੇ ਵੀ ਇਹਨੂੰ ਅਪਣਾਉਣਾ ਸ਼ੁਰੂ ਕਰਤਾ। ਇਹ ਇੱਕ ਤਰ੍ਹਾਂ ਦੀ ਸਾਇੰਸ ਹੈ, ਇਹਦੇ ਨਾਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਜਾਂ ਇੱਕ ਤਰ੍ਹਾਂ ਦੀ ਕਰਾਮਾਤ ਹੈ? ਕਿਉਂਕਿ ਬਹੁਤ ਇੱਕ ਭੰਬਲ ਭੂਸਾ ਲੋਕਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਵੀ ਹੈਗੀ ਹੈ ਜੀ, ਯੋਗ ਦੇ ਨਾਲ ਕਰਾਮਾਤੀ ਸ਼ਕਤੀਆਂ ਵੀ ਮਿਲ ਜਾਂਦੀਆਂ ਨੇ, ਯੋਗ ਤੁਸੀਂ ਵੱਧ ਤੋਂ ਵੱਧ ਕਰਦੇ ਹੋ ਤਾਂ ਤੁਹਾਡੇ ਕੋਲ ਤੁਸੀਂ ਬਹੁਤ ਕੁਝ ਕਰ ਸਕਦੇ, ਇੱਕ ਲੱਤ ਤੇ ਖੜੇ ਰਹਿ ਸਕਦੇ ਹੋ। ਕੀ ਹੈ, ਪਹਿਲਾਂ ਤਾਂ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ। ਜਿਸ ਤੁਸੀਂ ਦੱਸੇ, ਹਾਂ ਯੋਗਾ ਹੈਗਾ ਹਜ਼ਾਰਾਂ ਸਾਲ ਪੁਰਾਣਾ। ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦੀ ਕਿ ਇੰਡੀਅਨ ਹੈਗਾ ਜਾਂ ਵੈਸਟਰਨ ਹੈਗਾ, ਇੱਕ ਇੰਨੀ ਪੁਰਾਣੀ ਇਹ ਆਰਟ ਹੈਗੀ ਹੈ, ਲੋਕ ਆਰਟ ਹੈਗੀ ਹੈ। ਇਹਦੇ ਤੁਸੀਂ ਜਿਵੇਂ ਕਿ ਮੁਦਰਾਵਾਂ ਹੈਗੀਆਂ, ਆਸਨ ਦੇ ਮੁਦਰਾਵਾਂ ਹੁੰਦੀਆਂ, ਪ੍ਰਾਣਾਯਾਮ ਹੁੰਦੇ ਨੇ, ਉਹ ਜਿਹੜੀ ਚੀਜ਼ ਹੈਗੀ ਉਹ ਬੜੇ ਕਰੋੜਾਂ ਸਾਲ ਪੁਰਾਣੇ ਬੜੇ ਰਿਸ਼ੀ ਮੁਨੀ ਹੁੰਦੇ ਸਨ, ਗੁਫਾਵਾਂ ਵਿੱਚ ਜਾ ਕੇ ਬਹਿੰਦੇ ਸਨ, ਇੰਨੇ ਸਾਲਾਂ ਦਾ ਤਪ ਕਰਦੇ ਸਨ। ਯੋਗਾ ਦਾ ਤਦੀ ਮੈਂ ਉਹੀ ਕਿਹਾ, ਇੱਕ ਤੁਹਾਡਾ ਕਨੈਕਸ਼ਨ ਹੈਗਾ ਮਾਈਂਡ, ਬੋਡੀ ਤੇ ਸੋਲ ਨਾਲ, ਮਾਈਂਡ ਬੋਡੀ ਤੇ ਸੋਲ ਨਾਲ, ਬਿਲਕੁਲ ਠੀਕ। ਤੇ ਇਹ ਅਗਰ ਤੁਸੀਂ ਜਦ ਤੁਸੀਂ ਆਪਣੇ ਮਾਈਂਡਫੁਲ ਹੁੰਦੇ ਹੋ, ਤੁਸੀਂ ਆਪਣੇ ਸਰੀਰ ਨੂੰ ਸੁਣਨਾ ਸ਼ੁਰੂ ਕਰਦੇ ਹੋ, ਤਾਕਤਾਂ ਆਪਣੇ ਆਪ ਆਉਣੀਆਂ ਸ਼ੁਰੂ ਹੁੰਦੀਆਂ ਨੇ। ਇਹ ਨਹੀਂ ਹੈ ਕਿ ਜਿਹੜੀ ਯੋਗਾ ਸਿਰਫ ਤੁਹਾਡੇ ਸਰੀਰ ਨਾਲ ਸ਼ੁਰੂ ਹੁੰਦਾ ਹੈ, ਪਹਿਲੇ ਤੁਹਾਡੇ ਦਿਮਾਗ ਨਾਲ ਸ਼ੁਰੂ ਹੁੰਦਾ ਹੈ। ਅਗਰ ਸਰੀਰ ਚੰਗਾ ਰੱਖਣਾ ਹੈ, ਉਸ ਤੋਂ ਪਹਿਲੇ ਦਿਮਾਗ ਨੂੰ ਸਹੀ ਰੱਖਣਾ ਹੈਗਾ। ਲੋਕ ਉਲਟਾ ਕਰਦੇ ਨੇ, ਸਰੀਰ ਚੰਗਾ ਰੱਖਦੇ ਨੇ, ਸੋਚਦੇ ਨੇ ਇਸ ਨਾਲ ਦਿਮਾਗ ਚੰਗਾ ਹੋਏਗਾ, ਲੇਕਿਨ ਤੁਸੀਂ ਜਿੰਨੀ ਮਰਜ਼ੀ ਜਿਮ ਚਲੇ ਜਾਓ, ਜਿੰਨੇ ਮਰਜ਼ੀ ਨਿਊਟ੍ਰੀਸ਼ਨ ਦੀ ਚੀਜ਼ਾਂ ਖਾ ਲਓ, ਅਗਰ ਦਿਮਾਗ ਬੇਚੈਨ ਹੈਗਾ, ਸਟ੍ਰੈਸਡ ਹੈਗਾ, ਐਂਗਜ਼ਾਇਟੀ ਹੈਗੀ ਹੈ, ਕਿੱਥੋਂ ਤੁਹਾਡਾ ਖਾਣਾ ਚੱਲੇਗਾ? ਕਿਉਂਕਿ ਜਿਹੜੇ ਹਾਰਮੋਨਸ ਜਿਹੜੇ ਤੁਹਾਡੇ ਹੈਗੇ ਉਹ ਦਿਮਾਗ ਵਿੱਚੋਂ ਆ ਰਹੇ ਨੇ, ਉਹ ਹਾਰਮੋਨਸ ਤੁਹਾਡੇ ਸਰੀਰ ਨੂੰ ਚਲਾ ਰਹੇ ਨੇ। ਤੇ ਅਗਰ ਤੁਸੀਂ ਜੜੋਂ ਹੀ ਚੀਜ਼ ਨਾ ਫੜੀ, ਸਿਰਫ ਯੋਗਾ ਕੀਤੀ, ਉਹਦਾ ਫਾਇਦਾ ਕੁਝ ਨਹੀਂ ਹੈਗਾ। ਇਸ ਵਾਸਤੇ ਤੁਸੀਂ ਅਗਰ ਨੋਟ ਕੀਤਾ ਹੋਇਆ, ਸਾਡੇ ਬੜੇ ਰਿਸ਼ੀ ਮੁਨੀ ਜਿਹੜੇ ਸੀਗੇ ਗੁਫਾਵਾਂ ਵਿੱਚ ਬਹਿੰਦੇ ਸੀਗੇ, ਉਹ ਘੰਟੋਂ ਆਪਣਾ ਮੈਡੀਟੇਸ਼ਨ ਵਿੱਚ ਸੀਗੇ, ਉਹਨਾਂ ਨੂੰ ਸ਼ਕਤੀਆਂ ਸੀਗੀਆਂ ਉਹਨਾਂ ਕੋਲੋਂ। ਮੈਂ ਇਹਦਾ ਮਤਲਬ ਤਾਂ ਬਿਲਕੁਲ ਇਹੋ ਹੀ ਹੋਇਆ ਕਿ ਇਹਦੇ ਵਿੱਚ ਇੱਕ ਕਰਾਮਾਤੀ ਚੀਜ਼ ਵੀ ਹੈਗੀ ਇਸ ਸਾਇੰਸ ਦੇ ਵਿੱਚ। ਹੁਣ ਜੇ ਆਪਾਂ ਰਿਸ਼ੀਕੇਸ਼ ਜਾਂ ਹਰਿਦੁਆਰ ਦੇ ਵਿੱਚ ਦੇਖੀਏ, ਬਹੁਤ ਸਾਰੇ ਉੱਥੇ ਯੋਗੀ ਅਜੇ ਵੀ ਹੈਗੇ ਨੇ ਜਿਹੜੇ ਇੱਕ ਲੱਤ ਤੇ ਕਿੰਨੀ ਦੇਰ ਖੜੇ ਰਹਿੰਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਲ ਦੇ ਕੋਲੇ ਹੁੰਦੇ ਨੇ ਉਹਨਾਂ ਦੇ ਉੱਪਰ ਦੀ ਚੱਲਦੇ ਨੇ। ਇਹਦਾ ਮਤਲਬ ਬਿਲਕੁਲ ਇਹ ਜਿਹੜੀ ਸਾਇੰਸ ਇਹਦੇ ਵਿੱਚ ਇੱਕ ਚਮਤਕਾਰੀ ਇੱਕ ਸ਼ਕਤੀ ਹੈ, ਇਹਦੇ ਵਿੱਚ ਚਮਤਕਾਰੀ ਵੀ ਹੈਗੀ ਤੇ ਅੰਦਰੋਂ ਅਵੇਕਨਿੰਗ ਵੀ ਆਉਂਦੀ ਹੈ। ਅੰਦਰੋਂ ਇਨਸਾਨ ਜੋ ਵੀ ਹੈਗਾ ਅੰਦਰੋਂ ਹੈਗਾ। ਸੁਪਨ ਅਸੀਂ ਕਈ ਵਾਰ ਸੋਚਦੇ ਹਾਂ ਬਾਹਰੋਂ ਚੀਜ਼ ਲਿਆਈਏ, ਲੇਕਿਨ ਇਹ ਚੀਜ਼ਾਂ ਬਾਹਰੋਂ ਨਹੀਂ ਆ
ਸਕਦੀਆਂ, ਤੁਹਾਡੇ ਅੰਦਰੋਂ ਆਉਂਦੀਆਂ ਨੇ। ਅੰਦਰੋਂ ਤੁਸੀਂ ਤਾਕਤ ਹੈਗੀ ਹੋ, ਤੁਸੀਂ ਕਿਹੜੀ ਵੀ ਸਿਚੁਏਸ਼ਨ, ਕਿਹੜੀ ਵੀ ਸਰਕਮਸਟਾਂਸ ਨੂੰ ਡੀਲ ਕਰ ਸਕਦੇ ਹੋ, ਜਿਹੜਾ ਅੱਜਕੱਲ ਦਾ ਇਨਸਾਨ ਜਾਂ ਯੂਥ, ਮੋਸਟ ਪ੍ਰੋਬੇਬਲੀ ਆਈ ਵੁੱਡ ਸੇ ਯੂਥ ਨਹੀਂ ਹੈਂਡਲ ਕਰ ਸਕਦਾ। ਛੋਟੀ ਛੋਟੀ ਗੱਲ ਵਿੱਚ ਡਿਪਰੈਸ਼ਨ ਹੋ ਜਾਂਦਾ ਹੈ, ਅਸੀਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦੇ ਨੇ, ਉਹ ਜਿਹੇ ਹਾਰਮੋਨ ਜਿਹੜੇ ਹੈਗੇ, ਸਟ੍ਰੈਸ ਹਾਰਮੋਨ ਕਾਰਟੀਜ਼ੋਲ ਵਗੈਰਾ ਹੈਗਾ, ਉਹ ਵੱਧਦਾ ਹੈਗਾ। ਤੁਸੀਂ ਵਾਪਸ ਅਗਰ ਪੁਰਾਣੇ ਜ਼ਮਾਨੇ ਵਿੱਚ ਜਾਓ, ਸਿੰਪਲ ਖਾਣਾ ਸੀਗਾ, ਸਿੰਪਲ ਲਿਵਿੰਗ ਸੀਗੀ, ਲੇਕਿਨ ਯੋਗਾ ਅਭਿਆਸ ਜ਼ਰੂਰ ਕਰਦੇ ਸਨ, ਕਿਉਂਕਿ ਉਹ ਮਾਈਂਡਫੁਲ ਹੁੰਦਾ ਹੈ, ਔਰ ਤੁਸੀਂ ਆਪਣੇ ਸਰੀਰ ਨੂੰ ਸੁਣਦੇ ਹੈਗੇ ਹੋ। ਅੰਦਰੋਂ ਆਵਾਜ਼ ਆਉਂਦੀ ਕਿ ਅੱਜ ਮੇਰੇ ਸਰੀਰ ਵਿੱਚ ਇਹ ਤਕਲੀਫ ਹੈ ਜਾਂ ਮੈਨੂੰ ਇਹ ਚੀਜ਼ ਝੇਲਣੀ ਹੈਗੀ ਹੈ, ਮੈਨੂੰ ਅੰਦਰੋਂ ਤਾਕਤ ਆਉਣੀ ਚਾਹੀਦੀ ਹੈ। ਪਲੱਸ ਆਫ ਕੋਰਸ ਮੈਂ ਹੋਰ ਵੀ ਫਾਇਦੇ ਬੜੇ ਹੈਗੇ, ਅਸੀਂ ਚਲਦੇ ਚਲਦੇ ਹੋਰ ਵੀ ਇਸ ਤਰ੍ਹਾਂ ਅਸੀਂ ਗੱਲਾਂ ਕਰਾਂਗੇ, ਲੇਕਿਨ ਹਾਂ ਯੋਗਾ ਬਹੁਤ ਹੈਗੀ ਜਿਹੜੀ ਤੁਸੀਂ ਅੰਦਰੋਂ ਸ਼ਕਤੀ ਪਾਉਂਦੇ ਹੋ। ਮੈਂ ਇੱਕ ਹੋਰ ਗੱਲ ਪੁੱਛਣੀ ਚਾਹੁੰਦਾ ਕਿ ਯੋਗਾ ਕਰਨ ਦੀ ਖਾਸ ਉਮਰ ਕਿਹੜੀ ਹੋਣੀ ਚਾਹੀਦੀ, ਕਿਉਂਕਿ ਕਈ ਵਾਰੀ ਜਦੋਂ ਬੱਚਾ ਜੰਮਦਾ ਹੈ, ਬੱਚੇ ਦੀ ਜਿਹੜੀ ਬਾਡੀ ਹੁੰਦੀ, ਦੀ ਬੋਨਸ ਹੁੰਦੀਆਂ ਬੜੀਆਂ ਲਚਕੀਲੀਆਂ ਹੁੰਦੀਆਂ ਨੇ, ਔਰ ਉਹ ਮਤਲਬ ਕਿਹੜਾ ਖਾਸ ਟਾਈਮ ਆ ਕਿ ਤੁਹਾਨੂੰ ਯੋਗਾ ਕਰਨਾ ਚਾਹੀਦਾ, ਕਿ ਜਾਂ ਤੁਸੀਂ ਮਤਲਬ ਕਹਿੰਦਾ ਜਦੋਂ ਜੱਗ ਉਦੋਂ ਹੀ ਸਵੇਰਾ, ਜਦੋਂ ਵੱਡੇ ਹੋ ਗਏ ਜਾਂ ਸੀਨੀਅਰਸ ਹੋ ਗਏ ਤੇ ਵੀ ਤੁਸੀਂ ਕਹਿੰਦੇ ਕਿ ਵੀ ਮੈਂ ਯਾਰ ਜਿਹੜਾ ਸਮਾਂ ਲੰਘ ਗਿਆ ਹੁਣ ਮੈਂ ਯੋਗਾ ਕਰਨਾ ਚਾਹੁੰਦਾ, ਕਿ ਜੇ ਤੁਸੀਂ ਬਚਪਨ ਤੋਂ ਲੱਗਦੇ ਹੋ ਤੇ ਫਿਰ ਤੁਹਾਡੀ ਜਿਹੜੀ ਬਾਡੀ ਆ ਜਾਂ ਤੁਹਾਡਾ ਮੈਂਟਲ ਲੈਵਲ ਕਿੱਥੇ ਜਾਂਦਾ, ਕਿਹੜੀ ਸਟੇਜ ਦੇ ਵਿੱਚ ਸ਼ੁਰੂ ਕਰਕੇ ਤੇ ਫਿਰ ਤੁਹਾਡਾ ਮੈਂਟਲ ਲੈਵਲ ਜਾਂ ਤੁਹਾਡੀ ਬਾਡੀ ਕਿੱਥੇ ਜਾਂਦੀ ਹੈ? ਉਹਦੇ ਬੜੀ ਖੂਬਸੂਰਤ ਗੱਲ ਤੁਸੀਂ ਕੀਤੀ ਹੈ। ਮੇਰੇ ਹਿਸਾਬ ਨਾਲ ਯੋਗਾ ਦਾ ਕੋਈ ਏਜ ਨਹੀਂ ਸ਼ੁਰੂ ਕਰਨ ਦੀ, ਤੇ ਯੋਗਾ ਇਜ਼ ਫॉर ਐਨੀ ਬੋਡੀ। ਜਦ ਅਸੀਂ ਐਨੀ ਬੋਡੀ ਕਹਿੰਦੇ ਆ, ਬੋਡੀ ਦਾ ਮਤਲਬ ਇਹ ਨਹੀਂ ਕਿ ਹਰ ਕੋਈ ਕਿਹੋ ਜਿਹਾ ਵੀ ਸਰੀਰ ਹੋਏ, ਕਿਸੇ ਸਰੀਰ ਨੂੰ ਤਕਲੀਫ ਹੈ, ਕੋਈ ਜਵਾਨ ਹੈ, ਕੋਈ ਟੀਨੇਜਰ ਹੈਗਾ ਜਾਂ ਕੋਈ ਸੀਨੀਅਰ ਹੈਗਾ, ਇਟ ਇਜ਼ ਫॉर ਐਨੀਬਡੀ। ਤੇ ਜਿਹੜਾ ਵੀ ਟਾਈਮ ਤੁਸੀਂ ਸ਼ੁਰੂ ਕਰਦੇ ਹੋ, ਦੈਟ ਇਜ਼ ਦ ਬੈਸਟ ਟਾਈਮ। ਮੈਂ ਕਹਿੰਦੀ ਹਾਂ ਇਟ ਇਜ਼ ਨੈਵਰ ਟੂ ਲੇਟ ਟੂ ਸਟਾਰਟ। ਠੀਕ ਹੈ। ਤੇ ਖਾਸ ਕਰ ਮੈਂ ਕਹਿੰਦੀ ਹਾਂ ਸੀਨੀਅਰਸ ਵਾਸਤੇ ਮੈਂ ਬਹੁਤ ਜ਼ਿਆਦਾ ਇੰਸਿਸਟ ਕਰਨੀ ਹਾਂ, ਕਿਉਂਕਿ ਮੈਂ ਸਰਟੀਫਾਈਡ ਹੈਗੀ ਹਾਂ ਈਵਨ ਸੀਨੀਅਰਸ ਨੂੰ ਸਿਖਾਉਣ ਵਾਸਤੇ। ਮੈਂ ਜਦ ਜਾਣੀ ਹਾਂ ਗੁਰਦੁਆਰੇ ਤੇ ਬੜੇ ਇੰਸਟੀਟਿਊਸ਼ਨਾਂ ਵਿੱਚ ਸਿਖਾਉਣ ਵਾਸਤੇ, ਸੀਨੀਅਰ ਕਈ ਵਾਰ ਬੋਲਦੇ ਨੇ ਕਿ ਅੰਜਨਾ ਨਹੀਂ ਹੁੰਦਾ, ਮੈਂ ਕਹਿੰਦੀ ਹਾਂ ਅੰਕਲ ਹੁਣ ਇਹੀ ਟਾਈਮ ਹੈਗਾ ਜਦ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਸੀਂ ਰਿਟਾਇਰਡ ਹੈਗੇ ਹੋ, ਤੁਹਾਡੇ ਕੋਲ ਰਿਸਪੌਂਸਿਬਿਲਿਟੀਜ਼ ਨਹੀਂ ਹੈਗੀਆਂ। ਲੇਕਿਨ ਉਸੇ ਤਰਫ ਮੈਂ ਦੂਜੀ ਅਗਰ ਤੇ ਕਹਿੰਦੀ ਹਾਂ ਕਿ ਟੀਨੇਜਰਸ ਹੈਗੇ, ਤੁਸੀਂ ਜਿੱਥੇ 4, 5, 6 ਸਾਲ ਦੇ ਹੁੰਦੇ ਹੋ, ਮੈਂ ਬੜੇ ਯੰਗਸਟਰਸ ਨੂੰ ਵੀ ਸਕੂਲਾਂ ਵਿੱਚ ਸਿਖਾਉਂਦੀ ਹਾਂ, ਉਹਨਾਂ ਦਾ ਦਿਮਾਗ ਤੇ ਬੋਡੀ ਬੜਾ ਫਲੈਕਸੀਬਲ ਹੁੰਦਾ ਹੈ। ਉਹ ਲੋਕ ਅਗਰ ਉੱਥੋਂ ਸਿੱਖਦੇ ਨੇ, ਉੱਥੋਂ ਆਪਣੇ ਮਾਈਂਡ ਨੂੰ ਕੰਟਰੋਲ ਕਰਨਾ ਸਿੱਖਦੇ ਨੇ, ਉਹ ਕੱਲ ਜਦ ਸਕੂਲਾਂ ਵਿੱਚ ਪਹੁੰਚਦੇ ਨੇ, ਉਹਨਾਂ ਨੂੰ ਜਿਹੜਾ ਪ੍ਰੈਸ਼ਰ ਹੈਗਾ ਪੜ੍ਹਾਈ ਦਾ ਜਾਂ ਯੂਨੀਵਰਸਿਟੀ ਦਾ, ਉਹ ਬੈਟਰ ਹੈਂਡਲ ਕਰ ਸਕਦੇ ਨੇ। ਸੋ ਮੇਰੇ ਹਿਸਾਬ ਨਾਲ ਕੋਈ ਏਜ ਨਹੀਂ, ਜਦ ਵੀ ਸ਼ੁਰੂ ਕਰੋ, ਸਵੇਰਾ ਉਸੇ ਦਿਨ ਹੋਇਆ ਹੈ, ਲੇਕਿਨ ਕਰਨਾ ਜ਼ਰੂਰ। ਇੱਕ ਇਹ ਚੀਜ਼ ਹੈਗੀ ਹੈ, ਇਹ ਜਰਨੀ ਹੈਗੀ ਹੈ, ਇਹ ਤੁਸੀਂ ਨਾ ਸੋਚੋ ਕਿ ਇਹ ਮੇਰੀ ਡੈਸਟੀਨੇਸ਼ਨ ਹੈਗੀ, ਇਹ ਤੇ ਲਾਈਫ ਲੌਂਗ ਕਮਿਟਮੈਂਟ ਹੁੰਦੀ ਹੈ ਜਿਹੜੀ ਤੁਸੀਂ ਆਪਣੇ ਨਾਲ ਕਰਦੇ ਹੋ। ਤੇ ਇੱਕ ਸਰੀਰ ਇਹੋ ਜਿਹਾ, ਇਸ ਨਾਲ ਤੁਸੀਂ ਕਮਿਟਮੈਂਟ ਕਰੋ, ਇਹਦੇ ਫਾਇਦੇ ਹੀ ਫਾਇਦੇ ਹੈਗੇ, ਨੁਕਸਾਨ ਜ਼ੀਰੋ ਹੈਗਾ, ਇਹ ਮੇਰੀ ਗਾਰੰਟੀ ਹੈਗੀ ਉਸ ਦੇ ਵਿੱਚ। ਅਤੇ ਮੈਂ ਵੇਖਿਆ ਹੋਇਆ ਹੈ, ਲੋਕਾਂ ਨੂੰ ਅਪਣਾਇਆ ਹੋਇਆ ਹੈ, ਦੇਖਿਆ ਕਿ ਲੋਕ ਜਦ ਵਾਪਸ ਆਉਂਦੇ ਨੇ 2-2 ਮਹੀਨੇ ਵਿੱਚ, 1-1 ਮਹੀਨੇ ਵਿੱਚ, ਕਿ ਅੰਜਨਾ ਅੱਜ ਮੈਨੂੰ ਇਹ ਪ੍ਰੋਬਲਮ ਸੀਗੀ, ਮੈਂ ਹੁਣ ਇਹ ਕਰ ਸਕਨੀ ਹਾਂ। ਇੱਕ ਸੈਲਫ ਅਵੇਕਨਿੰਗ ਆਉਂਦੀ ਹੈ ਅੰਦਰੋਂ ਆਪਣੇ ਸਰੀਰ ਵਾਸਤੇ, ਜਿਹੜੀ ਬਹੁਤ ਜ਼ਰੂਰੀ ਹੈ, ਜਿਸ ਤਰੀਕੇ ਦੀ ਬਿਮਾਰੀਆਂ ਅੱਜ ਕੱਲ੍ਹ ਚੱਲ ਰਹੀਆਂ ਹਨ। ਅੰਜਨਾ ਜੀ ਤੁਸੀਂ ਗੱਲ ਕਰ ਰਹੇ ਹੋ, ਔਰ ਜਿੱਦਾਂ ਹੁੰਦਾ ਹੈ ਨਾ ਕਿ ਮੈਨੂੰ ਗਿਆਨ ਮਿਲ ਰਿਹਾ, ਮੇਰੇ ਦਿਮਾਗ ਦੇ ਦਰਵਾਜ਼ੇ ਖੁੱਲ੍ਹਦੇ ਪਏ ਆ ਕਿ ਮੈਂ ਕਿੱਥੇ ਭੁੱਲਿਆ ਭਟਕਿਆ ਰਿਹਾ, ਕਿ ਵੀ ਮੈਂ ਹੋ ਸਕਦਾ ਕਿ ਇਸ ਇੰਟਰਵਿਊ ਤੋਂ ਬਾਅਦ ਮੈਂ ਵੀ ਤੁਹਾਡੇ ਕੋਲ ਯੋਗਾ ਸਿੱਖ ਕੇ ਯੋਗਾ ਸ਼ੁਰੂ ਕਰਾਂ। ਬਹੁਤ ਮਨ ਦੇ ਵਿੱਚ ਸਵਾਲ ਆ ਰਹੇ ਨੇ, ਔਰ ਹੋ ਸਕਦਾ ਕਿ ਜਿਹੜੇ ਸਾਡੇ ਦੇਖਣ ਵਾਲੇ ਦਰਸ਼ਕ ਆ ਉਹ ਇਸ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਣ, ਔਰ ਬਹੁਤ ਕੁਝ ਸ਼ਾਇਦ ਉਹਨਾਂ ਨੂੰ ਸਿੱਖਣ ਨੂੰ ਮਿਲੇਗਾ। ਗੱਲਾਂ ਬਹੁਤ ਸਾਰੀਆਂ ਪੁੱਛਣ ਵਾਲੇ ਰਹਿੰਦੇ ਨੇ, ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਇੱਕ ਵਕਫੇ ਦਾ ਹੋ ਗਿਆ। ਸੋ ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਨਿਰਸੰਦੇਹ ਬਹੁਤ ਗਿਆਨ ਵਾਲਾ, ਬੜਾ ਮਹੱਤਵਪੂਰਨ ਪ੍ਰੋਗਰਾਮ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰਨੀਆਂ, ਮੈਂ ਸੋ ਟਾਈਮ ਜ਼ਾਇਆ ਨਹੀਂ ਕਰਦਾ, ਤੇ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਆਪਾਂ ਅੰਜਨਾ ਜੀ ਕੋਲ ਯੋਗ ਬਾਰੇ ਹੋਰ ਗੱਲਾਂ ਪਤਾ ਜਾਣਦੇ ਹਾਂ। ਅਸੀਂ ਜਿਹੜੀ ਗੱਲ ਸੁਪਨ ਜੀ ਨਾਲ ਕਰ ਰਹੇ ਸੀਗੇ ਕਿ ਹੁਣ ਥੋੜ੍ਹੇ ਜਿਹੇ ਆਸਨ ਹੈਗੇ, ਮੈਂ ਸਭ ਨੂੰ ਦੱਸਣਾ ਚਾਹਾਂਗੀ, ਖਾਸ ਕਰ ਸੀਨੀਅਰਸ ਵਾਸਤੇ, ਜਿਹੜੇ ਲੋਕ ਯੋਗਾ ਦੇ ਉੱਤੇ ਮੈਟ ਦੇ ਉੱਤੇ ਯੋਗਾ ਨਹੀਂ ਕਰ ਸਕਦੇ, ਉਹ ਲੋਕ ਘਰ ਵਿੱਚ ਕਿਹੜੀ ਵੀ ਕੁਰਸੀ ਇਹੋ ਜਿਹੀ ਹੋ ਜਾਏ, ਸਿੰਪਲ ਜੀ ਕੁਰਸੀ ਹੋਏ ਜਾਂ ਸੋਫਾ ਹੋਏ, ਬੈਠ ਕੇ ਇਹ ਆਪਣੇ ਆਸਨ ਤੇ ਪ੍ਰਾਣਾਯਾਮ ਕਰ ਸਕਦੇ ਨੇ, ਜਿਸ ਤੋਂ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ। ਸਭ ਤੋਂ ਪਹਿਲੇ ਸ਼ੁਰੂ ਕਰਨ ਤੋਂ ਪਹਿਲੇ ਆਪਣਾ ਜਿਹੜੀ ਪਿੱਠ ਹੈਗੀ, ਉਹ ਪਿੱਛੇ ਟੇਕਾ ਲਾ ਕੇ ਨਹੀਂ ਬੈਠਣਾ, ਉਹ ਕੁਰਸੀ ਦੇ ਵਿੱਚ ਆ ਕੇ ਬਹਿਣੀ ਹੈ। ਦੇਖਣਾ ਕਿ ਜੀ ਦੋਨੋਂ ਪੈਰ ਹੈਗੇ ਉਹ ਜ਼ਮੀਨ ਤੇ ਹੋਣ, ਹੱਥ ਤੁਹਾਡੇ ਗੋਡਿਆਂ ਦੇ ਉੱਤੇ ਹੋਣ, ਜਿਹੜੇ ਤੁਹਾਡੇ ਕੰਧੇ ਹੈਗੇ ਉਹ ਸ਼ੋਲਡਰਸ ਤੁਹਾਡੇ ਰਿਲੈਕਸਡ ਹੋਣੇ ਚਾਹੀਦੇ ਨੇ, ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਹੋਣੀ ਚਾਹੀਦੀ ਹੈ। ਇਸ ਵੇਲੇ ਆਪਣਾ ਟਾਈਮ ਹੈ 10-15 ਮਿੰਟ ਜਿਹੜੇ ਤੁਸੀਂ ਲਾਣੇ ਨੇ ਆਪਣੇ ਉੱਤੇ, ਤੇ ਬਿਲਕੁਲ ਮਾਈਂਡ ਨੂੰ ਰਿਲੈਕਸ ਕਰਨਾ ਹੈਗਾ। ਪਹਿਲੇ ਅਸੀਂ 2 ਜਾਂ 3 ਡੀਪ ਬ੍ਰੈਥ ਲਵਾਂਗੇ, ਆਪਣੇ ਆਪ ਨੂੰ ਵਾਰਮ ਅਪ ਕਰਾਂਗੇ, ਤੇ ਅੱਖਾਂ ਬੰਦ ਕਰਕੇ ਇੱਕ ਲੰਬੀ ਜੀ ਸਾਹ ਅੰਦਰ ਲੈਣੀ ਹੈ। ਤੇ ਜਦ ਵੀ ਸਾਹ ਅੰਦਰ ਲੈਣੀ ਹੈ, ਇਹ ਨੋਟ ਕਰਨਾ ਹੈ ਕਿ ਪੇਟ ਬਾਹਰ ਆਉਣਾ ਚਾਹੀਦਾ ਹੈ, ਤੇ ਸਾਹ ਬਾਹਰ ਕੱਢਣੀ ਹੈ ਤੇ ਪੇਟ ਅੰਦਰ। ਇੱਕ ਹੋਰ ਲੰਬੀ ਜੀ ਸਾਹ ਅੰਦਰ ਤੇ ਬਾਹਰ।
ਅਸੀਂ ਇੱਕ ਪ੍ਰਾਣਾਯਾਮ ਜਿਹੜਾ ਮੈਂ ਦੱਸਣਾ ਚਾਹਾਂਗੀ, ਅਨੁਲੋਮ ਵਿਲੋਮ, ਉਹ ਬੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਤੁਹਾਡੇ ਨੂੰ ਰਿਲੈਕਸ ਕਰਦਾ ਹੈ, ਮਾਈਂਡ ਨੂੰ ਕਾਮ ਕਰਦਾ ਹੈ, ਜਿਹੜੇ ਤੁਹਾਡੇ ਟੌਕਸਿਨਸ ਹੈਗੇ ਅੰਦਰੋਂ ਉਹ ਬਾਹਰ ਕੱਢਦਾ ਹੈ। ਬੜਾ ਸਿੰਪਲ ਹੈਗਾ। ਤੁਸੀਂ ਆਪਣਾ ਜਿਹੜਾ ਅੰਗੂਠਾ ਹੈਗਾ ਉਹ ਰਾਈਟ ਵਾਲੇ ਨੱਕ ਦੇ ਉੱਤੇ ਰੱਖਣਾ ਹੈਗਾ, ਰਿੰਗ ਫਿੰਗਰ ਲੈਫਟ ਦੇ ਉੱਤੇ, ਇਹ 2 ਉਂਗਲੀਆਂ ਮੱਥੇ ਦੇ ਵਿੱਚ ਤੇ ਛੋਟੀ ਉਂਗਲੀ ਬਾਹਰ। ਅਸੀਂ ਸਾਹ ਅੰਦਰ ਲੈਣੀ ਹੈ ਪਹਿਲੇ ਲੈਫਟ ਨੋਸਟ੍ਰਿਲ ਤੋਂ, ਲੈਫਟ ਸਾਈਡ ਤੋਂ ਅੰਦਰ ਲੈਣੀ ਹੈ ਸਾਹ ਅੰਦਰ, ਲੈਫਟ ਸਾਈਡ ਬੰਦ ਕਰਕੇ ਬਾਹਰ ਅਸੀਂ ਕੱਢਣੀ ਹੈਗੀ ਰਾਈਟ ਤੋਂ। ਹੁਣ ਰਾਈਟ ਤੋਂ ਅੰਦਰ ਲੈਣੀ ਹੈ ਸਾਹ ਅੰਦਰ, ਲੈਫਟ ਤੋਂ ਬਾਹਰ। ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਔਰ ਅੱਜ ਦਾ ਖਾਸ ਪ੍ਰੋਗਰਾਮ ਯੋਗਾ ਬਾਰੇ ਚੱਲ ਰਿਹਾ ਔਰ ਸਾਡੇ ਦੇ ਨਾਲ ਅੰਜਨਾ ਕੋਚਰ ਜੀ ਹਾਜ਼ਰ ਨੇ ਔਰ ਯੋਗ ਬਾਰੇ ਸਾਨੂੰ ਦੱਸ ਰਹੇ ਨੇ। ਅੰਜਨਾ ਜੀ, ਤੁਸੀਂ ਪਹਿਲਾਂ ਇੱਕ ਬੜੀ ਖੂਬਸੂਰਤ ਗੱਲ ਕੀਤੀ ਸੀ ਪ੍ਰੋਗਰਾਮ ਦੇ ਪਹਿਲੇ ਭਾਗ ਦੇ ਵਿੱਚ ਕਿ ਜਦੋਂ ਆਪਾਂ ਜਿਮ ਜਾਂਦੇ ਆ ਆਪਾਂ ਬਾਹਰੀ ਸਰੀਰ ਤਾਂ ਬਣਾ ਲੈਂਦੇ ਆ, ਲੇਕਿਨ ਜਿਹੜਾ ਸਾਡਾ ਮੈਂਟਲ ਤਵਾਜ਼ਨ ਹੁੰਦਾ, ਕਿਉਂਕਿ ਐਵਰੀਥਿੰਗ ਇਜ਼ ਇਨ ਯੂਅਰ ਬ੍ਰੇਨ। ਸੋ ਜੇ ਤੁਹਾਡਾ ਦਿਮਾਗ ਠੀਕ ਹੈ ਤਾਂ ਫਿਰ ਤੁਸੀਂ ਜਿਹੜਾ ਹੈ ਜੀ ਜ਼ਿੰਦਗੀ ਦੇ ਵਿੱਚ ਬੱਲਾ ਮਾਰ ਸਕਦੇ ਹੋ, ਤੁਹਾਡਾ ਸਰੀਰ ਵੀ ਤੰਦਰੁਸਤ ਹੋਏਗਾ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਇੱਕ ਪਹਿਲਾਂ ਮੈਂ ਜਿਹੜਾ ਸਵਾਲ ਕੀਤਾ ਸੀਗਾ, ਜੇ ਤੁਸੀਂ ਲਗਾਤਾਰ ਬਚਪਨ ਤੋਂ ਯੋਗਾ ਕਰਦੇ ਰਹਿੰਦੇ ਹੋ ਔਰ ਜਿਹੜਾ ਤੁਸੀਂ ਕਹਿੰਦੇ ਵੀ ਡਿਪਰੈਸ਼ਨ, ਐਂਗਜ਼ਾਇਟੀ, ਕੁਛ ਤਾਂ ਹਾਲਾਤ ਹੁੰਦੇ ਨੇ, ਫਿਰ ਤੁਹਾਡਾ ਕਾਬੂ ਹੋ ਜਾਂਦਾ ਹੈ ਜਿਹੜੇ ਹਾਲਾਤਾਂ ਦੇ ਨਾਲ ਲੜਨ ਦੇ ਉੱਪਰ? ਤੁਸੀਂ ਸਹਿਜ ਮਹਿਸੂਸ ਕਰਦੇ ਹੋ, ਤੁਹਾਨੂੰ ਗੁੱਸਾ ਨਹੀਂ ਆਉਂਦਾ? ਇਦਾਂ ਦੀਆਂ ਅਵਸਥਾਵਾਂ, ਕਿਹੜੀਆਂ ਅਵਸਥਾਵਾਂ 'ਚ ਫਿਰ ਤੁਸੀਂ ਨਿਕਲਦੇ ਹੋ ਜਦੋਂ ਤੁਸੀਂ ਯੋਗ ਕਰਦੇ ਹੋ? ਇਹ ਕੋਈ ਬੜੀ ਰਾਕਟ ਸਾਇੰਸ ਨਹੀਂ ਹੈਗੀ। ਅਸੀਂ ਰਾਕਟ ਸਾਇੰਸ ਬਣਾਇਆ ਹੋਇਆ ਯੋਗਾ ਨੂੰ। ਇਹ ਉਹੀ ਤੁਸੀਂ ਕਿਹਾ ਹਜ਼ਾਰਾਂ ਸਾਲ ਪਹਿਲੇ ਇੰਡੀਆ ਵਿੱਚ ਬੰਦੇ ਕਰਦੇ ਸਨ, ਇਹਨੂੰ ਰਾਕਟ ਸਾਇੰਸ ਨਹੀਂ ਬਣਾਇਆ ਸੀ ਅੱਜ ਵਾਕਨ। ਯੋਗਾ ਦੇ ਨਾਲ ਕੀ ਹੈਗਾ, ਸਭ ਤੋਂ ਇੰਪੋਰਟੈਂਟ ਫਰਸਟ ਚੀਜ਼ ਸਮਝਣੀ ਹੈਗੀ, ਜਿਹੜੇ ਅਸੀਂ ਪ੍ਰਾਣਾਯਾਮ ਕਰਨੇ ਹੈਗੇ ਆ, ਜਦ ਅਸੀਂ ਬਰੀਦਿੰਗ ਕਰਨੇ ਹੈਗੇ ਆ, ਇੱਕ ਤੇ ਸਾਡੇ ਜਿਹੜੇ ਲੰਗਸ ਵਿੱਚ ਹੈਗੇ, ਸਾਡੇ ਸਰੀਰ ਕਿਸ ਨਾਲ ਚੱਲਦਾ ਹੈ? ਆਕਸੀਜਨ। ਸਾਰਾ ਸਰੀਰ ਜਿਹੜਾ ਅਸੀਂ ਕਰਨੇ ਆ ਐਕਸਰਸਾਈਜ਼, ਉਹ ਸਾਰਾ ਆਕਸੀਜਨ ਸਾਡੇ ਸਰੀਰ ਵਿੱਚ ਨਹੀਂ ਜਾਂਦਾ, ਉਹਦਾ 15 ਤੋਂ 20% ਜਾਂਦਾ ਸਾਡੇ ਬ੍ਰੇਨ ਵਿੱਚ। ਸਾਡੇ ਬ੍ਰੇਨ ਵਿੱਚ ਉਹ ਜਿਹੜਾ ਆਕਸੀਜਨ ਆਉਂਦਾ ਉਸ ਨਾਲ ਸਾਡਾ ਦਿਮਾਗ ਜਿਹੜਾ ਹੈਗਾ ਉਹ ਚੁਸਤ ਰਹਿੰਦਾ ਹੈ। ਉਹ ਸਾਡੀ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਾਂ ਮਾਈਂਡਫੁਲ ਅਸੀਂ ਕਈ ਵਾਰ ਫੋਰਗੇਟ ਕਰ ਜਾਂਦੇ ਆ। ਤੁਸੀਂ ਸੀਨੀਅਰਸ ਨੂੰ ਦੇਖੋ, ਡਿਮੈਂਸ਼ੀਆ ਹੋ ਜਾਂਦਾ, ਅਲਜ਼ਾਈਮਰ ਹੋ ਜਾਂਦਾ ਹੈ, ਅਗਰ ਕਿਉਂਕਿ ਦਿਮਾਗ ਨਹੀਂ, ਆਕਸੀਜਨ ਨਹੀਂ ਪਹੁੰਚਦਾ, ਕਿਉਂਕਿ ਐਕਸਰਸਾਈਜ਼ ਲੰਗਸ ਦੀ ਨਹੀਂ ਹੋ ਰਹੀ, ਆਕਸੀਜਨ ਨਹੀਂ ਪਹੁੰਚੇਗਾ। ਅੱਜ ਤੁਸੀਂ ਪ੍ਰਾਣਾਯਾਮ ਕਰੋ, ਤੁਹਾਡੇ ਲੰਗਸ ਦੀ ਵੀ ਐਕਸਰਸਾਈਜ਼ ਹੈਗੀ ਹੈ, ਤੁਹਾਡੇ ਟੌਕਸਿਨਸ ਹੈਗੇ ਜਿਹੜੇ ਨਿਕਲਦੇ ਨੇ, ਤੇ ਜਿਹੜਾ ਆਕਸੀਜਨ ਤੁਸੀਂ ਪ੍ਰਾਣਾਯਾਮ ਕਰਦੇ ਹੋ ਉਹ ਤੁਹਾਡੇ ਲੈਫਟ ਤੇ ਰਾਈਟ ਸਾਈਡ ਆਫ ਦਾ ਬ੍ਰੇਨ ਦੋਨਾਂ ਵਿੱਚ ਆਕਸੀਜਨ ਪਹੁੰਚਾਉਂਦਾ ਹੈ। ਉਸ ਪਹੁੰਚਾਉਣ ਨਾਲ ਤੁਸੀਂ ਹਰ ਚੀਜ਼ ਨੂੰ ਹੈਂਡਲ ਕਰਨਾ ਸਿੱਖਦੇ ਹੋ। ਸਰਕਮਸਟੈਂਸਸ, ਡਿਪਰੈਸ਼ਨ, ਸਟ੍ਰੈਸ ਹਰ ਕਿਸੇ ਕੋਲ ਹੈਗਾ, ਬੀਪੀ ਦੀ ਪ੍ਰੋਬਲਮ ਹੈਗੀ, ਅੱਜ ਕਾਰਡੀਓਵਾਸਕੂਲਰ ਪ੍ਰੋਬਲਮ ਹੈਗੀ ਹੈ, ਡਾਇਬੀਟੀਜ਼ ਹੈਗੀ ਹੈ, ਕਿਉਂਕਿ ਅਸੀਂ ਹੈਂਡਲ ਨਹੀਂ ਕਰ ਸਕਦੇ। ਅਸੀਂ ਘਬਰਾ ਜਾਂਦੇ ਆ, ਫਿਰ ਫਟ ਅਸੀਂ ਦਵਾਈਆਂ ਖਾਂਦੇ ਹਾਂ ਤੇ ਈਜ਼ੀ ਇਲਾਜ ਢੂੰਢਦੇ ਆ। ਇਹ ਛੋਟੀ ਛੋਟੀ ਚੀਜ਼ਾਂ ਹੈਗੀਆਂ। ਅਸੀਂ ਅਗਰ ਯੋਗਾ ਦੇ ਤਰਫ ਜਾਈਏ, ਥੋੜੀ ਜਿਹੀ ਕਮਿਟਮੈਂਟ ਕਰੀਏ, ਰੋਜ਼ ਆਪਣੇ 15 ਮਿੰਟ ਦਾ ਪ੍ਰਾਣਾਯਾਮ ਕਰੀਏ, ਮੈਂ ਜ਼ਿਆਦਾ ਨਹੀਂ ਕਹਿੰਦੀ ਹੈਗੀ, ਤੇ ਜਿਹੜੇ ਨਹੀਂ ਵੀ ਮੈਟ ਦੇ ਉੱਤੇ ਨਹੀਂ ਕਰ ਸਕਦੇ, ਚੇਅਰ ਦੇ ਉੱਤੇ ਕਰ ਸਕਦੇ ਹਨ, ਜਿਹੜਾ ਮੈਂ ਵਿਖਾਵਾਂਗੀ ਥੋੜੀ ਦੇਰ ਵਿੱਚ। ਬੜਾ ਆਸਾਨ ਹੈ। ਤੁਸੀਂ ਟੀਵੀ ਵੇਖ ਰਹੇ ਹੋ, ਤੁਸੀਂ ਤਦ ਵੀ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਕੋਈ ਰੂਟੀਨ ਚੋਂ ਨਿਕਲ ਕੇ ਕਰਨਾ ਹੈਗਾ, ਤੇ ਸਰੀਰ ਤੋਂ ਉੱਤੋਂ ਕੁਝ ਵੀ ਨਹੀਂ ਹੈਗਾ। ਤੇ ਮੈਂ ਇਸ ਵਾਸਤੇ ਕਹਿੰਦੀ ਹਾਂ, ਜਿਹੜੇ ਬੱਚੇ ਜਦੋਂ ਸ਼ੁਰੂ ਕਰਦੇ ਨੇ ਉਹ ਸਟ੍ਰੈਸ ਹੈਂਡਲ ਕਰਨਾ ਜ਼ਿਆਦਾ ਚੰਗੀ ਤਰ੍ਹਾਂ ਸਿੱਖ ਸਕਦੇ ਨੇ। ਬੀਪੀ, ਐਂਗਜ਼ਾਇਟੀ, ਇਹ ਇੰਪੋਰਟੈਂਟ ਹੈਗਾ ਜਿਹੜਾ। ਪਲੱਸ ਇੱਕ ਨੀਂਦਰ ਜਿਹੜੀ ਆਉਂਦੀ ਹੈ, ਮੈਂ ਕਿੰਨੇ ਸੀਨੀਅਰਸ ਨੂੰ ਮਿਲੀ ਹਾਂ, ਮੈਨੂੰ ਕਹਿੰਦੇ ਨੇ ਅੰਜਨਾ ਸਾਨੂੰ ਤੇ ਨੀਂਦਰ ਨਹੀਂ ਆਉਂਦੀ, ਕਿਉਂਕਿ ਏਜ ਦੇ ਹਿਸਾਬ ਨਾਲ ਘੰਟੇ ਘੱਟ ਹੋ ਜਾਂਦੇ ਨੇ ਸੌਣ ਦੇ। ਬਟ ਅਗਰ ਤੁਸੀਂ ਇਹੋ ਜਿਹੇ ਕੁਝ ਪ੍ਰਾਣਾਯਾਮ ਇਹੋ ਜਿਹੇ ਹੈਗੇ, ਰਾਤੀ ਸੌਣ ਵੇਲੇ ਤੁਸੀਂ ਕਰੋ, ਆਰਾਮ ਨਾਲ ਸੋ ਸਕਦੇ। ਤੁਸੀਂ ਪ੍ਰਾਣਾਯਾਮ ਦੀ ਗੱਲ ਕੀਤੀ, ਇਹਦੇ ਵਿੱਚ ਕਿੰਨੀਆਂ ਐਕਸਰਸਾਈਜ਼ਸ ਹੁੰਦੀਆਂ ਨੇ ਯੋਗਾ ਦੇ ਵਿੱਚ? ਕਿੰਨੇ ਆਮ ਨੇ? ਨਹੀਂ, ਪ੍ਰਾਣਾਯਾਮ ਹੁੰਦਾ ਜਿਹੜੇ ਸਿਰਫ ਬਰੀਦਿੰਗ ਦੇ ਹੁੰਦੇ। ਹਾਂਜੀ, ਉਹਦੇ ਬਹੁਤ ਸਾਰੇ ਹੈਗੇ। ਲਾਈਕ ਤੁਸੀਂ ਅਨੁਲੋਮ ਵਿਲੋਮ ਕਹਿ ਲਓ, ਭਸਤ੍ਰਿਕਾ, ਕਪਾਲ ਭਾਤੀ, ਨਾੜੀ ਸ਼ੋਧਨਾ, ਉਜਈ ਪ੍ਰਾਣਾਯਾਮ, ਸਭ ਡਿਫਰੈਂਟ ਹੈਗੇ, ਸਭ ਦੇ ਆਪਣੇ ਡਿਫਰੈਂਟ ਫਾਇਦੇ ਹੈਗੇ, ਕਈਆਂ ਦੀ ਆਪਣੀ ਕੰਟਰਡਿਕਸ਼ਨ ਹੈਗੇ। ਜਿੱਥੇ ਮੈਂ ਕਹਾਂਗੀ ਬਈ ਕਿਸੇ ਨੂੰ ਅਗਰ ਬੀਪੀ ਹੈਗਾ, ਲੋਕ ਟੀਵੀ ਦੇਖਦੇ ਨੇ ਕਿਸੇ ਗੁਰੂ ਯੋਗੀ ਨੂੰ ਕਰਦੇ ਹੋ ਤੇ ਉਹ ਸ਼ੁਰੂ ਕਰ ਲੈਂਦੇ ਨੇ। ਥੋੜਾ ਹੈਗਾ ਕਿ ਤੁਸੀਂ ਕੰਸਲਟ ਕਰੋ ਜਿਸ ਬੰਦੇ ਨੂੰ, ਕਿਸੇ ਜਿਹਨੂੰ ਯੋਗਾ ਆਂਦਾ ਹੋਏ, ਕੋਈ ਇੰਸਟ੍ਰਕਟਰ ਹੋਏ ਸੀਨੀਅਰਸ ਦਾ ਜਿਹੜਾ ਸਰਟੀਫਾਈਡ ਹੋਏ, ਕਿਉਂਕਿ ਵੇਖ ਕੇ ਕਰਨਾ ਬੜਾ ਆਸਾਨ ਹੈ, ਲੇਕਿਨ ਹੋ ਸਕਦਾ ਉਹ ਤੁਹਾਡੇ ਸਰੀਰ, ਤੁਹਾਡੇ ਹਾਲਾਤ ਨਾਲ ਨਾ ਚੱਲਦਾ ਹੋਏ। ਇਹ ਵੀ ਹੁੰਦਾ ਹੈ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੇ ਸਰੀਰ ਦੇ ਨਾਲ ਨਹੀਂ ਮੈਚ ਕਰਦੀਆਂ, ਕਿ ਸਪੋਜ਼ ਕਰੋ ਤੁਸੀਂ ਕਪਾਲਭਾਤੀ ਕਰਨੀ ਹੈ ਤੇ ਤੁਹਾਡਾ ਪੇਟ ਜਿਹੜਾ ਉਹ ਠੀਕ ਨਹੀਂ ਹੈਗਾ ਜਾਂ ਤੁਸੀਂ ਨਹੀਂ ਕਰ ਸਕਦੇ। ਪੇਟ ਤੋਂ ਜ਼ਿਆਦਾ ਬੀਪੀ, ਕਿਉਂਕਿ ਕਪਾਲਭਾਤੀ ਵਿੱਚ ਤੁਸੀਂ ਪ੍ਰੈਸ਼ਰ ਕਰਕੇ ਐਕਸਹੇਲ ਕਰਦੇ ਹੋ, ਸਾਹ ਬਾਹਰ ਕੱਢਦੇ ਹੋ। ਅਗਰ ਤੁਹਾਡਾ ਬੀਪੀ ਹਾਈ ਹੈ ਤਾਂ ਤੁਹਾਡਾ ਬੀਪੀ ਹੋਰ ਹਾਈ ਹੋ ਜਾਣਾ, ਕਿਉਂਕਿ ਜਿਹੜੇ ਤੁਸੀਂ ਟੀਵੀ ਵਿੱਚ ਵੇਖਦੇ ਹੋ ਉਹ ਬਹੁਤ ਫਾਸਟ ਕਰਦੇ ਨੇ। ਮੈਂ ਟੀਵੀ ਵਾਲੀ ਗੱਲ ਕਰ ਰਿਹਾ ਕਿ ਟੀਵੀ ਦੇ ਵਿੱਚ ਜਿਹੜੇ ਸੰਤ ਜਿਹੜੇ ਉਹ ਕਰਦੇ ਨੇ, ਔਰ ਕਈ ਵਾਰੀ ਦੇਖਣ ਦੇ ਵਿੱਚ ਘਬਰਾ ਜਾਂਦਾ ਬੰਦਾ ਕਿ ਜਿਸ ਤਰੀਕੇ ਨਾਲ ਕਰਦੇ ਕਿ ਇਹਨਾਂ ਦੇ ਪੇਟ ਦੇ ਵਿੱਚ ਹੀ ਕੁਝ ਨਾ ਹੋ ਜੇ। ਲੇਕਿਨ ਉਹ ਯੋਗਾ ਜਦੋਂ ਉਹ ਤਾਂ ਇੰਨੀ ਮੁਹਾਰਤ ਰੱਖਦੇ ਨੇ ਯੋਗ ਦੇ ਵਿੱਚ, ਹੈ ਜੀ, ਗੁਰੂ ਨੇ ਯੋਗ ਦੇ, ਔਰ ਜਿਸ ਤਰੀਕੇ ਦੇ ਨਾਲ ਆਪਣੇ ਪੇਟ ਨੂੰ ਘੁਮਾਉਂਦੇ ਨੇ ਉਹ
ਤੇ ਮੈਂ ਉਹੀ ਪੁੱਛਣਾ ਕਿ ਇਹਦੇ ਵਿੱਚ ਮਤਲਬ ਤੁਹਾਡਾ ਸਰੀਰ ਫਿਰ ਸਹਿਜ ਹੋ ਜਾਂਦਾ, ਕੋਈ ਨੁਕਸਾਨ ਤਾਂ ਨਹੀਂ ਹੁੰਦਾ ਜਿਸ ਤਰੀਕੇ ਨਾਲ? ਨੁਕਸਾਨ ਕੋਈ ਨਹੀਂ ਹੈਗਾ, ਲੇਕਿਨ ਸਭ ਨੂੰ ਬੜਾ ਇੰਪੋਰਟੈਂਟ ਹੈ ਸਿੱਖਣਾ ਕਿ ਜੋ ਦੂਜਾ ਕਰ ਰਿਹਾ ਹੈ ਉਹ ਤੁਸੀਂ ਉਹ ਜਿਹਾ ਨਹੀਂ ਕਰ ਸਕਦੇ। ਉਹਦੇ ਸਰੀਰ ਤੇ ਤੁਹਾਡੇ ਸਰੀਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਤੁਹਾਡੇ ਹਾਲਾਤ ਫਰਕ ਹੈਗੇ, ਤੁਹਾਡੀ ਬਿਮਾਰੀਆਂ ਅਲੱਗ ਹੋ ਸਕਦੀਆਂ ਤੇ ਤੁਹਾਡਾ ਸਰੀਰ ਦੀ ਕੈਪੇਬਿਲਿਟੀ ਡਿਫਰੈਂਟ ਹੋ ਸਕਦੀ ਹੈ। ਇਹ ਜਦ ਮੈਂ ਸਿਖਾਉਂਦੀ ਹਾਂ ਕਲਾਸ ਵਿੱਚ ਤਦ ਵੀ ਮੈਂ ਕਹਿੰਦੀ ਹਾਂ ਤੁਸੀਂ ਫਿਕਰ ਨਾ ਕਰੋ, ਕਿਸੇ ਦੇ ਹੱਥ ਪਿੱਛੇ ਲੱਗ ਸਕਦੇ ਨੇ, ਕਿਸੇ ਪੈਰ ਛੂ ਸਕਦੇ ਨੇ, ਕਈਆਂ ਦੇ ਨਹੀਂ ਛੂ ਸਕਦੇ। ਤੇ ਅਸੀਂ ਜਿਹੜੇ ਆਸਨ ਤੇ ਪ੍ਰਾਣਾਯਾਮ ਹੈਗੇ ਉਹ ਮੋਡੀਫਾਈ ਕਰਨੇ ਹੁੰਦੇ ਨੇ ਆਪਣੇ ਸਰੀਰ ਦੇ ਨਾਲ। ਆਪਣੀ ਕੰਫਰਟ ਤੇ ਸੇਫਟੀ ਜ਼ੋਨ ਦੇਖਣੀ ਬੜੀ ਜ਼ਰੂਰੀ ਹੈਗੀ ਹੈ, ਖਾਸ ਕਰ ਸੀਨੀਅਰਸ ਵਾਸਤੇ। ਕਈ ਵਾਰ ਕਹਿੰਦੇ ਨੇ ਬੰਦੇ ਵੀ ਮੈਂ ਚਲੋ ਜੀ ਦੀਵਾਰ ਦਾ ਸਹਾਰਾ ਲੈ ਕੇ ਇੱਕ ਇਨਵਰਟਡ ਕਰ ਲਵਾਂ, ਸਰ ਦੇ ਉੱਤੇ ਖੜੇ ਹੋ ਜਾਵਾਂ, ਲੇਕਿਨ ਤੁਹਾਡੇ ਨੂੰ ਅਗਰ ਬੀਪੀ ਹੈਗਾ ਜਾਂ ਡਿਪਰੈਸ਼ਨ ਹੈਗਾ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ। ਇਹ ਤੇ ਫੇਟਲ ਹੈਗਾ ਤੁਹਾਡੇ ਵਾਸਤੇ, ਤੁਸੀਂ ਮੁਸੀਬਤ ਲੈ ਰਹੇ ਹੋ ਆਪਣੇ ਸਰ ਦੇ ਉੱਤੇ। ਤੇ ਇਸ ਵਾਸਤੇ ਆਪਣੀ ਬਾਡੀ ਨੂੰ ਦੇਖੋ, ਆਪਣੀ ਬਾਡੀ ਨੂੰ ਧੀਰੇ। ਯੋਗਾ ਇਹੋ ਜਿਹੀ ਚੀਜ਼ ਹੈ ਕਿ ਤੁਸੀਂ 1 ਮਹੀਨੇ ਵਿੱਚ ਦੇਖੋਗੇ ਜਿੱਥੇ ਤੁਸੀਂ ਸ਼ੁਰੂ ਕੀਤਾ ਤੁਸੀਂ ਪੈਰ ਆਪਣੇ ਖੜੇ ਹੋ ਕੇ ਟੱਚ ਹੱਥ ਨਾਲ ਨਹੀਂ ਕਰ ਸਕਦੇ, ਤੁਸੀਂ ਮਹੀਨੇ ਵਿੱਚ, ਮੈਂ ਤੁਹਾਡੇ ਨੂੰ ਇਸ ਵਾਸਤੇ ਪੱਕਾ ਕਹਿ ਸਕਦੀ ਹਾਂ, ਤੁਸੀਂ ਅਗਰ ਕਮਿਟਡਲੀ ਕਰ ਰਹੇ ਹੋ 3 ਤੋਂ 4 ਵਾਰ ਹਫਤੇ ਵਿੱਚ, ਤੁਸੀਂ ਮਹੀਨੇ ਵਿੱਚ ਵੇਖੋਗੇ ਤੁਹਾਡੀ ਫਲੈਕਸੀਬਿਲਿਟੀ, ਸਟਰੈਂਥ, ਮਸਲ ਟੋਨ, ਕੋਆਰਡੀਨੇਸ਼ਨ ਬਹੁਤ ਫਰਕ ਪਏਗਾ, ਆਪੇ ਆਪ ਤੁਹਾਡੇ ਨੂੰ ਰਿਅਲਾਈਜ਼ ਹੋਏਗਾ। ਇੱਕ ਮੈਂ ਚੀਜ਼ ਹੋਰ ਪੁੱਛਣੀ ਚਾਹੁੰਦਾ ਕਿ ਜਿਹੜੀ ਮੈਡੀਟੇਸ਼ਨ ਹੁੰਦੀ ਹੈ, ਮੈਡੀਟੇਸ਼ਨ ਤੇ ਯੋਗਾ ਦਾ ਕੀ ਫਰਕ ਹੈ? ਕਿਉਂਕਿ ਕਈ ਵਾਰੀ ਮੈਡੀਟੇਸ਼ਨ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਮੈਡੀਟੇਸ਼ਨ ਕਰਦੇ ਹੋ, ਉਹ ਵੀ ਕਿਤੇ ਨਾ ਕਿਤੇ ਤੁਹਾਡੀ ਰੂਹ ਦੀ ਖੁਰਾਕ ਹੈ, ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਸੁਣਨ ਦੇ ਵਿੱਚ ਆਉਂਦਾ ਕਿ ਤੁਹਾਡੇ ਜਿਹੜੇ ਚੱਕਰਾਸ ਖੁੱਲਦੇ ਨੇ। ਸੋ ਯੋਗ ਤੇ ਮੈਡੀਟੇਸ਼ਨ ਇਹ ਇੱਕ ਹੀ ਨੇ ਕਿ ਇਹ ਥੋੜਾ ਜਿਹਾ ਇਹਨਾਂ ਦਾ ਸੰਬੰਧ ਵੱਖੋ ਵੱਖਰਾ ਹੈ? ਦੇ ਆਰ ਇੰਟਰਕਨੈਕਟਡ, ਮੈਂ ਇਹ ਕਹਿ ਸਕਦੀ ਹਾਂ। ਲੇਕਿਨ ਮੈਡੀਟੇਸ਼ਨ ਇੱਕ ਚੀਜ਼ ਹੁੰਦੀ ਜਦ ਤੁਸੀਂ ਕਹਿੰਦੇ ਹੋ ਕਿ ਤੁਸੀਂ ਥੌਟਲੈਸ ਹੋ ਜਾਓ। ਅਸੀਂ ਸਾਡਾ ਦਿਮਾਗ ਹੈਗਾ, ਕਹਿੰਦੇ ਨੇ ਕਿ ਮੰਕੀ ਮਾਈਂਡ ਹੈਗਾ, ਬੰਦਰ ਦਿਮਾਗ ਹੈਗਾ, ਤੁਸੀਂ ਜਿੰਨੀ ਵਾਰੀ ਮਰਜ਼ੀ ਅੱਖਾਂ ਬੰਦ ਕਰਕੇ ਬੈਠੋਗੇ ਤੁਹਾਡੇ 100 ਧਿਆਨ ਤੁਹਾਡੇ ਦਿਮਾਗ ਵਿੱਚ ਆਵਣਗੇ। ਤੇ ਮੈਡੀਟੇਸ਼ਨ ਹੈਗੀ, ਸ਼ੁਰੂ ਕਰੋ ਆਰਾਮ ਨਾਲ, 5 ਮਿੰਟ ਵੀ ਅਗਰ ਬੈਠ ਸਕੋ, 2 ਮਿੰਟ ਵੀ ਸ਼ੁਰੂ ਕਰ ਸਕੋ, ਲੇਕਿਨ ਉਸ 2 ਮਿੰਟ ਵਿੱਚ ਤੁਹਾਡਾ ਪੂਰਾ ਤਵੱਜੋ ਹੋਣਾ ਚਾਹੀਦਾ ਆਪਣੀ ਸਾਹ ਦੇ ਉੱਤੇ। ਵੇਖੋ ਕਿ ਸਾਹ ਅੰਦਰ ਬਾਹਰ ਕਹਿਣ ਜਾ ਰਹੀ ਹੈ। 90% ਸੁਪਨ ਜੀ ਜਿਹੜੇ ਲੋਕ ਹੈਗੇ ਉਹਨਾਂ ਦੀ ਬਰੀਦਿੰਗ ਹੀ ਕਰੈਕਟ ਨਹੀਂ ਹੈਗੀ। ਅਸੀਂ ਜਦ ਇਨਹੇਲ ਕਰਨੇ ਆ ਪੇਟ ਬਾਹਰ ਹੋਣਾ ਚਾਹੀਦਾ ਹੈ, ਐਕਸਹੇਲ ਕਰਨੇ ਆ ਤੇ ਪੇਟ ਅੰਦਰ ਹੋਣਾ ਚਾਹੀਦਾ ਹੈ। 99% ਲੋਕ ਇਦਾਂ ਉਲਟਾ ਕਰ ਰਹੇ ਨੇ। ਤੇ ਪਹਿਲਾ ਪ੍ਰੋਸੈਸ ਹੀ ਬਰੀਦਿੰਗ ਦਾ ਹੀ ਨਹੀਂ ਠੀਕ। ਪ੍ਰਾਣਾ ਜਿਹੜੇ ਹੈਗੇ ਸਾਡੇ, ਪ੍ਰਾਣਾ ਇਜ਼ ਸਾਡਾ ਐਸੈਂਸ ਆਫ ਲਾਈਫ। ਅੱਜ ਅਸੀਂ ਜੀ ਰਹੇ ਹਾਂ, ਪ੍ਰਾਣ ਨਾਲ ਜੀ ਰਹੇ ਹਾਂ, ਆਖਰੀ ਸਾਹ ਜਾਂਦਾ ਤੇ ਜ਼ਿੰਦਗੀ ਖਤਮ ਹੋ ਜਾਂਦੀ ਹੈ। ਤੇ ਪ੍ਰਾਣਾ ਹੀ ਅਗਰ ਕੰਟਰੋਲ ਵਿੱਚ ਨਹੀਂ ਹੈਗੀ, ਬ੍ਰੈਥ ਵਿੱਚ ਹੀ ਕੰਟਰੋਲ ਨਹੀਂ ਹੈਗਾ, ਬ੍ਰੈਥ ਵਿੱਚ ਹੀ ਸਾਡੀ ਮੈਡੀਟੇਸ਼ਨ ਨਹੀਂ ਹੈਗੀ ਹੈ, ਤਾਂ ਬਾਕੀ ਚੀਜ਼ਾਂ ਕਿੱਥੇ ਆਉਣਗੀਆਂ ਲਾਈਨ ਵਿੱਚ? ਤੇ ਮੈਡੀਟੇਸ਼ਨ ਵਿੱਚ ਤੁਸੀਂ 2 ਮਿੰਟ ਸ਼ੁਰੂ ਕਰੋ, ਧੀਰੇ ਆਪਣਾ ਟਾਈਮ ਵਧਾਓ, ਕੋਸ਼ਿਸ਼ ਕਰੋ ਕਿ ਦਿਮਾਗ ਵਿੱਚ ਕੋਈ ਵੀ ਧਿਆਨ ਨਾ ਆਏ। ਆਸਾਨ ਹੈ ਕਹਿਣਾ, ਮੁਸ਼ਕਿਲ ਹੈ ਕਰਨਾ, ਲੇਕਿਨ ਇਹ ਕੰਟੀਨਿਊਸ ਪ੍ਰੈਕਟਿਸ ਹੈ। ਲਾਈਕ ਮੈਂ ਪਹਿਲੇ ਵੀ ਕਿਹਾ, ਇਹ ਜਰਨੀ ਹੈਗੀ ਹੈ, ਇਹ ਲਾਈਫ ਦੀ ਕਮਿਟਮੈਂਟ ਹੈਗੀ ਹੈ। ਇਹ ਕਮਿਟਮੈਂਟ ਸਾਡੇ ਨਾਲ ਹੈਗੀ ਹੈ। ਅੱਜ ਸਰੀਰ ਚੱਲਦਾ ਹੈ ਸੁਪਨ ਜੀ ਤੇ ਸਭ ਕੁਝ ਵਧੀਆ ਹੈ, ਅੱਜ ਸਰੀਰ ਨਹੀਂ ਚੱਲਦਾ, ਕੁਝ ਨਹੀਂ ਅੱਛਾ ਲੱਗਦਾ, ਜੱਗ ਜਹਾਂ ਦੇ ਨਜ਼ਾਰੇ ਫਿੱਕੇ ਲੱਗਦੇ ਨੇ ਜਦੋਂ ਸਰੀਰ ਨਾ ਚੱਲੇ। ਬਿਲਕੁਲ ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲ ਪੁੱਛਣ ਵਾਲੀ, ਸਮਾਂ ਫਿਰ ਇੱਕ ਬ੍ਰੇਕ ਦਾ ਹੋ ਗਿਆ ਜੀ। ਬੜੀਆਂ ਰੂਹਾਨੀ ਗੱਲਾਂ ਹੋ ਰਹੀਆਂ ਨੇ, ਔਰ ਬਿਲਕੁਲ ਅੰਜਨਾ ਜੀ ਨੇ ਗੱਲ ਠੀਕ ਕੀਤੀ ਹੈ ਕਿ ਜਦੋਂ ਸਰੀਰ ਨਾ ਚੱਲੇ ਔਰ ਉਦੋਂ ਕੁਝ ਵੀ ਚੰਗਾ ਨਹੀਂ ਲੱਗਦਾ। ਔਰ ਖਾਸ ਤੌਰ ਤੇ ਬਹੁਤ ਸਾਰੇ ਦੌਲਤਮੰਦ ਅਮੀਰ ਲੋਕ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਕਹਿੰਦੇ ਵੀ ਸਾਰੀ ਦੀ ਸਾਰੀ ਦੌਲਤ ਲੈ ਲੈ ਮੇਰੇ ਕੋਲੋਂ, ਮੈਨੂੰ ਰੂਹ ਦੀ ਸ਼ਾਂਤੀ ਦੇ ਦੇ। ਸੋ ਰੂਹ ਦੀ ਸ਼ਾਂਤੀ ਜਿਹੜੀ ਹੈ ਜੀ, ਉਹ ਜਿੱਦਾਂ ਅੰਜਨਾ ਜੀ ਦੱਸਿਆ ਕਿ ਯੋਗ ਦੇ ਵਿੱਚ ਮਿਲ ਸਕਦੀ ਹੈ, ਮੈਡੀਟੇਸ਼ਨ ਦੇ ਵਿੱਚ ਮਿਲ ਸਕਦੀ ਹੈ। ਆਪਾਂ ਹੋਰ ਬਹੁਤ ਸਾਰੀਆਂ ਰੂਹਾਨੀ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਇਸ ਵਕਫੇ ਤੋਂ ਬਾਅਦ। ਅਸੀਂ ਇੱਕ ਪ੍ਰਾਣਾਯਾਮ ਜਿਹੜਾ ਮੈਂ ਦੱਸਣਾ ਚਾਹਾਂਗੀ, ਅਨੁਲੋਮ ਵਿਲੋਮ, ਉਹ ਬੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਤੁਹਾਡੇ ਨੂੰ ਰਿਲੈਕਸ ਕਰਦਾ ਹੈ, ਮਾਈਂਡ ਨੂੰ ਕਾਮ ਕਰਦਾ ਹੈ, ਜਿਹੜੇ ਤੁਹਾਡੇ ਟੌਕਸਿਨਸ ਹੈਗੇ ਅੰਦਰੋਂ ਉਹ ਬਾਹਰ ਕੱਢਦਾ ਹੈ। ਬੜਾ ਸਿੰਪਲ ਹੈਗਾ। ਤੁਸੀਂ ਆਪਣਾ ਜਿਹੜਾ ਅੰਗੂਠਾ ਹੈਗਾ ਉਹ ਰਾਈਟ ਵਾਲੇ ਨੱਕ ਦੇ ਉੱਤੇ ਰੱਖਣਾ ਹੈਗਾ, ਰਿੰਗ ਫਿੰਗਰ ਲੈਫਟ ਦੇ ਉੱਤੇ, ਇਹ 2 ਉਂਗਲੀਆਂ ਮੱਥੇ ਦੇ ਵਿੱਚ ਤੇ ਛੋਟੀ ਉਂਗਲੀ ਬਾਹਰ। ਅਸੀਂ ਸਾਹ ਅੰਦਰ ਲੈਣੀ ਹੈ ਪਹਿਲੇ ਲੈਫਟ ਨੋਸਟ੍ਰਿਲ ਤੋਂ, ਲੈਫਟ ਸਾਈਡ ਤੋਂ ਅੰਦਰ ਲੈਣੀ ਹੈ ਸਾਹ ਅੰਦਰ, ਲੈਫਟ ਸਾਈਡ ਬੰਦ ਕਰਕੇ ਬਾਹਰ ਅਸੀਂ ਕੱਢਣੀ ਹੈਗੀ ਹੈ ਰਾਈਟ ਤੋਂ। ਹੁਣ ਰਾਈਟ ਤੋਂ ਅੰਦਰ ਲੈਣੀ ਹੈ ਸਾਹ ਅੰਦਰ, ਲੈਫਟ ਤੋਂ ਬਾਹਰ। ਇੱਕ ਹੋਰ ਵਾਰੀ ਲੈਫਟ ਤੋਂ ਅੰਦਰ, ਰਾਈਟ ਤੋਂ ਬਾਹਰ, ਰਾਈਟ ਤੋਂ ਅੰਦਰ ਤੇ ਲੈਫਟ ਤੋਂ ਬਾਹਰ। ਕੋਸ਼ਿਸ਼ ਕੀਤੀ ਕਿ ਇਹ ਅਨੁਲੋਮ ਵਿਲੋਮ ਤੁਸੀਂ 10 ਤੋਂ 15 ਵਾਰੀ ਆਰਾਮ ਨਾਲ ਅੱਖਾਂ ਬੰਦ ਕਰਕੇ ਬਿਲਕੁਲ ਕਾਮ ਦਿਮਾਗ ਤੇ ਮਾਈਂਡ ਨਾਲ ਹੋ ਕੇ ਇਹਨੂੰ ਕਰਨਾ ਹੈਗਾ। ਇੱਕ ਹੋਰ ਪ੍ਰਾਣਾਯਾਮ ਜਿਹੜਾ ਹੈਗਾ ਜਿਹੜੀ ਸਾਹ ਅੰਦਰ ਲੈਣੀ ਉਹ ਨੱਕ ਤੋਂ ਲੈਣੀ ਹੈ,
ਮੂੰਹੋਂ ਬਾਹਰ ਕੱਢਣੀ ਹੈ, ਨੱਕ ਤੋਂ ਅੰਦਰ, ਇੱਕ ਹੋਰ ਵਾਰੀ ਨੱਕ ਤੋਂ ਅੰਦਰ। ਇਹ ਵੀ ਤੁਸੀਂ 5 ਤੋਂ 10 ਵਾਰੀ ਕਰ ਸਕਦੇ ਹੋ। ਧੀਰੇ ਧੀਰੇ ਜਿੰਜ ਤੁਹਾਡਾ ਸਟਰੈਂਥ ਵੱਧਦਾ ਜਾਏ, ਤੁਹਾਡੇ ਲੰਗਸ ਨੂੰ ਰਿਲੈਕਸੇਸ਼ਨ ਫੀਲ ਹੋਏਗੀ, ਆਕਸੀਜਨ ਅੰਦਰ ਜ਼ਿਆਦਾ ਜਾਏਗਾ, ਤੰਦਰੁਸਤੀ ਬੈਟਰ ਹੋਏਗੀ, ਤੇ ਟਾਈਮ ਵਧਾ ਵੀ ਸਕਦੇ ਹੋ ਧੀਰੇ ਧੀਰੇ ਜਿੰਜ ਤੁਹਾਡਾ ਸਰੀਰ ਅਲਾਓ ਕਰੇ। ਫਿਰ ਹੁਣ ਜਦ ਆਸਨ ਅਸੀਂ ਸ਼ੁਰੂ ਕਰਨੇ ਆ, ਥੋੜਾ ਜਿਹਾ ਵਾਰਮ ਅਪ ਹੋਣਾ ਜ਼ਰੂਰੀ ਹੈ, ਸਰੀਰ ਨੂੰ ਗਰਮ ਹੋਣਾ ਜ਼ਰੂਰੀ ਹੈ। ਖਾਸ ਕਰ ਸਾਡੇ ਜਿਹੜੇ ਗਲੇ ਦੇ ਪਿੱਛੇ ਪੇਨ ਹੁੰਦਾ ਹੈ, ਉਸ ਵਾਸਤੇ ਅਸੀਂ ਆਪਣਾ ਗਲਾ ਜਿਹੜਾ ਹੈਗਾ ਕਲੌਕਵਾਈਜ਼ ਡਾਇਰੈਕਸ਼ਨ ਵਿੱਚ ਘੁਮਾਣਾ ਹੈਗਾ। ਇਸ ਤੇ ਜਿਹੜੇ ਬਿਲਕੁਲ ਤੁਹਾਡੀ ਗਰਦਨ ਦੇ ਪਿੱਛੇ ਸਟਿਫਨੈਸ ਹੈਗੀ ਹੈ, ਉਹ ਸਵੇਰੇ ਉੱਠਦੇ ਹੋ ਤੁਸੀਂ ਕਈ ਵਾਰ ਵੇਖਦੇ ਹੋ ਸਟਿਫਨੈਸ ਹੈ, ਉਹ ਘੱਟ ਹੋਏਗੀ, ਤੁਹਾਡੀ ਫਲੈਕਸੀਬਿਲਿਟੀ ਵਧੇਗੀ। ਤੇ ਕਈ ਵਾਰ ਜਿਹੜੀ ਦਰਦਾਂ ਹੁੰਦੀਆਂ ਉਹ ਤੁਹਾਡੇ ਨੱਕ ਤੇ ਉਚਲੀ ਪਿੱਠ ਵਿੱਚ ਹੁੰਦੀ ਹੈ, ਉਹ ਧੀਰੇ ਧੀਰੇ ਠੀਕ ਹੋਏਗੀ। ਇਹਨੂੰ 7 ਤੋਂ 8 ਵਾਰ ਪਹਿਲੇ ਇੱਕ ਸਾਈਡ, ਉਹਦੇ 7 ਤੋਂ 8 ਵਾਰ ਦੂਜੀ ਸਾਈਡ, ਕਿਉਂਕਿ ਜਦ ਵੀ ਤੁਸੀਂ ਇੱਕ ਸਾਈਡ ਵਿੱਚ ਕਰਦੇ ਹੋ ਉਸ ਨੂੰ ਤੁਸੀਂ ਬੈਲੈਂਸ ਕਰਕੇ ਦੂਜੀ ਸਾਈਡ ਜ਼ਰੂਰ ਕਰਨਾ ਹੈ, ਨਹੀਂ ਤੇ ਕਈ ਵਾਰ ਟੈਂਸ਼ਨਸ ਹੋ ਸਕਦੀਆਂ, ਸਪਰੇਨਸ ਹੋ ਸਕਦੇ ਨੇ। ਕੋਸ਼ਿਸ਼ ਕਿਹੜੀ ਜਿਹੜੀ ਲੈਫਟ ਸਾਈਡ ਤੇ ਕੀਤੀ ਉਹ ਰਾਈਟ ਸਾਈਡ ਤੇ ਵੀ ਕੀਤੀ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ। ਔਰ ਅੱਜ ਸਾਡੇ ਨਾਲ ਯੋਗਾ ਸਪੈਸ਼ਲਿਸਟ ਖਾਸ ਤੌਰ ਤੇ ਅੰਜਨਾ ਕੋਚਰ ਜੀ ਪਹੁੰਚੇ ਹੋਏ ਨੇ। ਬੜੀਆਂ ਮਹੱਤਵਪੂਰਨ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਦੱਸਦੇ ਪਏ ਨੇ ਕਿ ਸਰੀਰ ਨੂੰ, ਮਨ ਨੂੰ ਤੰਦਰੁਸਤ ਤੇ ਸ਼ਾਂਤ ਕਿਵੇਂ ਰੱਖਣਾ ਹੈ ਯੋਗ ਦੇ ਜ਼ਰੀਏ। ਆਓ ਜੀ ਅਗਲੀ ਗੱਲਬਾਤ ਕਰਦੇ ਹਾਂ। ਆਪਾਂ ਗੱਲਬਾਤ ਕਰਦੇ ਪਏ ਸੀ ਮੈਡੀਟੇਸ਼ਨ ਔਰ ਯੋਗ ਦੀ ਵੀ ਕਿਵੇਂ ਇੰਟਰਕਨੈਕਟਡ ਹੈਗੇ ਨੇ। ਖਾਸ ਤੌਰ ਤੇ ਜਿਹੜਾ ਮਨੁੱਖ ਆ ਉਹ ਜਦੋਂ ਜ਼ਿੰਦਗੀ ਦੇ ਵਿੱਚ ਪੜਾਅ ਦਰ ਪੜਾਅ ਸਫ਼ਰ ਤੈਅ ਕਰਦਾ, ਬੜੀਆਂ ਵੱਖਰੀਆਂ ਸਟੇਜਸ ਦੇ ਵਿੱਚੋਂ ਲੰਘਦਾ, ਔਰ ਕਈ ਵਾਰੀ ਹਾਲਾਤ ਬੰਦੇ ਦੇ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਐਂਗਜ਼ਾਇਟੀ ਦੇ ਵਿੱਚ ਹੁੰਦਾ, ਡਿਪਰੈਸ਼ਨ ਦੇ ਵਿੱਚ ਹੁੰਦਾ ਹੈ। ਔਰ ਇਹ ਜਿਹੜੀਆਂ ਇੱਕ ਐਸਾ ਹੀ ਸਾਇੰਸ, ਐਸਾ ਵਿਗਿਆਨ ਹੈ ਮੈਡੀਟੇਸ਼ਨ ਔਰ ਯੋਗਾ, ਜਦੋਂ ਇਹਦੇ ਵਿੱਚ ਉਹਦੀ ਲੀਨ ਲੱਗਦੀ, ਉਹਦੀ ਲਗਨ ਲੱਗਦੀ ਹੈ ਤਾਂ ਫਿਰ ਬੰਦਾ ਆਪਣੇ ਆਪ ਨੂੰ ਬਿਲਕੁਲ ਡਿਫਰੈਂਟ ਮਹਿਸੂਸ ਕਰਦਾ। ਮੈਂ ਕਈ ਵਾਰੀ ਮੈਡੀਟੇਸ਼ਨ ਦੀਆਂ ਕਲਾਸਾਂ ਪਹਿਲਾਂ ਲਗਾਉਂਦਾ ਵੀ ਰਿਹਾ, ਉਹਦੇ ਵਿੱਚ ਮੈਂ ਇਹ ਦੇਖਦਾ ਹੁੰਦਾ ਕਿ ਕਈ ਵਾਰੀ ਮੈਡੀਟੇਸ਼ਨ ਦੀ ਕਲਾਸਿਸ ਦੇ ਵਿੱਚ ਕੋਈ ਰੋ ਰਿਹਾ ਹੈ, ਕੋਈ ਹੱਸ ਰਿਹਾ ਹੈ, ਕੋਈ ਲੇਟ ਰਿਹਾ ਹੈ, ਔਰ ਮੈਡੀਟੇਸ਼ਨ ਦੇ ਟੀਚਰ ਸਾਨੂੰ ਇਹ ਦੱਸਦੇ ਹੁੰਦੇ ਨੇ ਕਿ ਇਹਨਾਂ ਦੇ ਅੰਦਰ ਜਿਹੜੀ ਫਰਸਟ੍ਰੇਸ਼ਨ ਹੈ ਇਹਦੇ ਅੰਦਰ ਨਿਕਲਦੀ ਪਈ ਹੈ, ਇਹ ਹੁਣ ਰਿਲੈਕਸਡ ਹੋ ਰਹੇ ਨੇ ਔਰ ਇਹਨਾਂ ਦਾ ਜਿਹੜਾ ਮਾਈਂਡ ਹੈ ਉਹ ਰਿਲੈਕਸ ਹੋ ਰਿਹਾ ਹੈ। ਤੇ ਯੋਗ ਦੇ ਵਿੱਚ ਵੀ ਇੱਦਾਂ ਦੀ ਕੋਈ ਸਟੇਜ ਆਉਂਦੀ, ਇੱਦਾਂ ਦੀ ਕੋਈ ਸਥਿਤੀ ਆਉਂਦੀ ਹੈ ਜਦੋਂ ਬੰਦਾ ਆਪਣੇ ਆਪ ਨੂੰ ਹੌਲੀ ਹੌਲੀ ਜਿੱਦਾਂ ਕਹਿ ਸਕਦਾ ਕਿ ਅੰਦਰ ਦਾ ਜਿਹੜਾ ਗੁੱਬ-ਗੁਲਾਟ ਨਿਕਲਦਾ ਬੰਦੇ ਦਾ ਬਾਹਰ। ਬਿਲਕੁਲ ਇਹ ਹੈਗਾ, ਬਿਕੋਜ਼ ਜਦ ਤੁਸੀਂ ਯੋਗਾ ਕਰਦੇ ਹੋ, ਮੈਂ ਅਗੇਨ ਉਹੀ ਪੁਆਇੰਟ ਕਰਾਂਗੇ, ਅਸੀਂ ਬ੍ਰੈਥ ਦੇ ਉੱਤੇ ਕਰਨੇ ਆ, ਪ੍ਰਾਣਾ ਦੇ ਉੱਤੇ ਕੰਟਰੋਲ ਕਰਨੇ ਆ। ਅਸੀਂ ਪ੍ਰਾਣਾ ਨੂੰ ਸਿੱਖਨੇ ਆ ਕਦ ਇਨਹੇਲ ਕਰਨਾ ਹੈ, ਕਦ ਐਕਸਹੇਲ ਕਰਨਾ ਹੈ। ਅਗਰ ਅਸਲੀ ਯੋਗਾ ਹੈ ਉਹ ਤੁਹਾਡਾ ਮਾਈਂਡ, ਬੋਡੀ ਤੇ ਬ੍ਰੈਥ ਨਾਲ ਕਨੈਕਟਡ ਹੈਗਾ। ਦ ਮਿਨਟ ਤੁਸੀਂ ਸ਼ੁਰੂ ਕਰਦੇ ਹੋ, ਜਦ ਤੁਸੀਂ ਵੇਖਦੇ ਹੋ ਕਿ ਕਦ ਇਨਹੇਲ ਕਰਨਾ ਹੈ, ਕਦ ਐਕਸਹੇਲ ਕਰਨਾ ਹੈ, ਤੁਹਾਡਾ ਜਿਹੜਾ ਦਿਮਾਗ ਹੈਗਾ ਉਹ ਤੁਹਾਡੇ ਇਨਹੇਲੇਸ਼ਨ ਤੇ ਐਕਸਹੇਲੇਸ਼ਨ ਵਿੱਚ ਚਲਾ ਜਾਂਦਾ ਹੈ। ਉਸ ਵੇਲੇ ਤੁਸੀਂ ਐਕਚੁਅਲੀ ਜ਼ੋਨ ਆਊਟ ਹੋ ਜਾਂਦੇ ਹੋ, ਤੁਹਾਡਾ ਧਿਆਨ ਸਿਰਫ ਤੁਹਾਡੇ ਉੱਤੇ ਤੇ ਤੁਹਾਡੀ ਬਰੀਥਿੰਗ ਦੇ ਉੱਤੇ ਹੈ, ਤੇ ਤੁਹਾਡਾ ਸਟ੍ਰੈਸ, ਤੁਹਾਡੀ ਟੈਨਸ਼ਨਾਂ, ਤੁਹਾਡੇ ਕਿਹੜੇ ਕੰਮ ਰਹਿ ਗਏ ਨੇ, ਕਿਹੜੇ ਨਹੀਂ ਹੋਏ, ਉਹ ਤੁਸੀਂ ਭੁੱਲਦੇ ਜਾਂਦੇ ਹੋ। ਜਦ ਤੁਸੀਂ ਉਹ ਭੁੱਲਦੇ ਹੋ ਤੁਸੀਂ ਆਪਣੇ ਅੰਦਰ ਮਾਈਂਡਫੁਲ ਹੋ ਜਾਂਦੇ ਹੋ। ਹਰ ਬਰੀਥਿੰਗ, ਹਰ ਪ੍ਰਾਣਾ ਦੇ ਵਿੱਚ ਤੁਸੀਂ ਆਪਣਾ ਮਾਈਂਡਫੁਲ ਹੋ ਕੇ ਕਹਿੰਦੇ ਹੋ ਕਿ ਹੁਣ ਮੇਰੀ ਬ੍ਰੈਥ ਅੰਦਰ ਜਾ ਰਹੀ ਹੈ ਤੇ ਮੇਰੀ ਬਾਹਰ ਜਾ ਰਹੀ ਹੈ। ਉਸ ਮਾਈਂਡਫੁਲ ਹੋਣ ਨਾਲ ਟੈਨਸ਼ਨ ਤੁਹਾਡੀ, ਬੀਪੀ ਤੁਹਾਡਾ ਘੱਟ ਹੋਏਗਾ, ਮਾਈਂਡ ਰਿਲੈਕਸ ਹੋ ਜਾਏਗਾ, ਸਟ੍ਰੈਸ ਤੁਹਾਡਾ ਲੈਵਲ ਘੱਟ ਹੋ ਜਾਏਗਾ, ਤੇ ਤੇਰੇ ਗੁੱਡ ਹਾਰਮੋਨ ਜਿਹੜੇ ਹੈਗੇ ਉਹ ਤੁਹਾਡੀ ਬੋਡੀ ਵਿੱਚ ਸ਼ੁਰੂ ਹੋ ਜਾਂਦੇ ਨੇ ਅੱਗੇ ਪਿੱਛੇ ਹੋਣੇ। ਉਸ ਵੇਲੇ ਤੁਸੀਂ ਸਭ ਭੁੱਲ ਕੇ ਸਿਰਫ ਆਪਣੇ ਨਾਲ ਆਪਣੀ ਸਰੀਰ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹੋ। ਪਰ ਦੇਖੋ ਅੰਜਨਾ ਜੀ, ਬਦਕਿਸਮਤੀ ਹੈ ਕਿ ਜਿਹੜੀ ਅੱਜ ਕੱਲ੍ਹ ਦੀ ਡਿਪਰੈਸ਼ਨ ਭਰੀ ਜ਼ਿੰਦਗੀ ਹੈ ਪੂਰੇ ਸੰਸਾਰ ਦੇ ਵਿੱਚ, ਉਹਦੇ ਵਿੱਚ ਲੋਕੀ ਯੋਗਾ ਜਾਂ ਮੈਡੀਟੇਸ਼ਨ ਦੇ ਵਿੱਚ ਜਾ ਰਹੇ ਨੇ, ਲੇਕਿਨ ਇੱਥੋਂ ਜਾਣ ਦੀ ਬਜਾਏ ਨਸ਼ੇ ਨੂੰ ਔਰ ਜਿਹੜੀਆਂ ਹੈਗੀਆਂ ਡਰੱਗਸ ਨੂੰ ਉਹ ਵੱਧ ਤਰਜੀਹ ਦਿੰਦੇ ਨੇ ਕਿ ਇੱਥੇ ਜਾ ਕੇ ਸਾਡਾ ਮਾਈਂਡ ਰਿਲੈਕਸ ਹੋ ਜਾਏਗਾ, ਲੇਕਿਨ ਹੁੰਦਾ ਉਲਟਾ ਹੈ। ਸੋ ਇੱਕ ਬੇਨਤੀ ਹੈ ਸਾਡੇ ਸਾਰੇ ਦਰਸ਼ਕਾਂ ਨੂੰ ਕਿ ਖਾਸ ਤੌਰ ਤੇ ਮੈਡੀਟੇਸ਼ਨ ਔਰ ਜਿਹੜਾ ਯੋਗ ਆ ਉਹ ਕਰਨਾ ਬਹੁਤ ਜ਼ਰੂਰੀ ਆ। ਸੋ ਨਸ਼ਿਆਂ ਵੱਲ ਨਹੀਂ ਪੈਣਾ ਚਾਹੀਦਾ। ਨਸ਼ਿਆਂ ਦੀ ਆਪਾਂ ਗੱਲ ਕੀਤੀ ਹੈ ਕਿ ਨਸ਼ੇ ਛਡਾਉਣ ਦੇ ਵਿੱਚ ਵੀ ਯੋਗ ਸਹਾਈ ਹੁੰਦਾ ਹੈ, ਕਿਉਂਕਿ ਤੁਹਾਡਾ ਨਸ਼ੇ ਤੁਸੀਂ ਕਿਉਂ ਜਾਂਦੇ, ਕਿਉਂਕਿ ਤੁਹਾਡੀ ਮੈਂਟਲ ਐਬਿਲਿਟੀ ਘੱਟ ਹੈਗੀ ਹੈ। ਜਦ ਤੁਸੀਂ ਯੋਗਾ ਕਰਦੇ ਹੋ ਤੁਹਾਡੇ ਉੱਤੇ ਮੈਂਟਲ ਕੰਟਰੋਲ ਆਉਂਦਾ, ਤੁਹਾਡੀ ਸਰਕਮਸਟੈਂਸਿਸ, ਮੈਂ ਜਿਵੇਂ ਪਹਿਲੇ ਕਿਹਾ ਸਟ੍ਰੈਸ ਵਗੈਰਾ ਹੁੰਦਾ ਹੈ, ਤੁਸੀਂ ਆਪਣੇ ਆਪ ਨੂੰ ਸਰਕਮਸਟੈਂਸ ਨਾਲ ਡੀਲ ਕਰਨ ਵਾਸਤੇ ਸ਼ੁਰੂ ਹੋ ਜਾਂਦੇ ਹੋ। ਕਹਿੰਦੇ ਚਲੋ ਤਕਲੀਫ ਆਈ ਹੈ, ਕਿਉਂਕਿ ਤੁਹਾਡੇ ਅੰਦਰ ਤੁਹਾਡਾ ਦਿਮਾਗ ਤੇ ਦਿਲ ਸਟਰੋਂਗ ਹੁੰਦਾ ਜਾ ਰਿਹਾ ਧੀਰੇ ਧੀਰੇ। ਤੁਸੀਂ ਕਹਿੰਦੇ ਕੋਈ ਨਹੀਂ ਇਹ ਵੀ ਕੱਟ ਜਾਏਗਾ, ਕੋਈ ਨਹੀਂ ਇਹ ਵੀ, ਉਹ ਸਟਰੈਂਥ ਆਉਣਾ ਸ਼ੁਰੂ ਹੁੰਦਾ ਹੈ। ਫਿਰ ਕੱਲ ਤੁਹਾਡੇ ਨੂੰ ਕੋਈ ਚੀਜ਼ ਆਫਰ ਕਰਦਾ ਵੀ, ਨਸ਼ੇ ਦੀ ਪਦਾਰਥ ਕੋਈ ਚੀਜ਼ ਦਿੰਦਾ, ਤੁਸੀਂ ਕਹਿੰਦੇ ਹੋ ਨਹੀਂ ਮੈਨੂੰ ਵੇਟ ਕਰਨਾ ਚਾਹੀਦਾ, ਮੈਂ ਥੋੜਾ ਹੋਰ ਸਹਿ ਸਕਣਾ ਵਾ, ਜ਼ਰੂਰੀ ਨਹੀਂ ਮੈਨੂੰ ਉਸ ਵੇਲੇ ਜਾਣਾ ਹੈਗਾ। ਬੱਚਿਆਂ ਨੂੰ ਖਾਸ ਕਰ ਅੱਜ ਦੇ ਟਾਈਮ ਵਿੱਚ ਜਿੰਜੀ ਤੁਸੀਂ 7-8 ਸਾਲ ਦੇ ਹੁੰਦੇ ਹੋ, ਮੈਂ ਕਹਿੰਦੀ ਹਾਂ ਉਹਨਾਂ ਨੂੰ ਯੋਗਾ ਵਿੱਚ ਪਾਣਾ, ਥੋੜੀ ਮੈਡੀਟੇਸ਼ਨ ਪਾਣਾ, ਪ੍ਰਾਣਾਯਾਮ ਕਰਨਾ ਉਹਨਾਂ ਨੂੰ ਬਹੁਤ ਜ਼ਰੂਰੀ ਹੈਗਾ, ਸੋ ਦੈਟ ਉਹਦਾ ਮਾਈਂਡ ਤੇ ਬੋਡੀ ਥੋੜਾ ਸਟਰੈਂਥਫੁਲ ਹੋਏ।
ਇਹ ਤਦੀ ਮੈਂ ਹਮੇਸ਼ਾ ਕਹਿੰਦੀ ਹਾਂ ਸ਼ੁਰੂ ਬਚਪਨ ਤੋਂ ਕੀਤਾ ਜਾਏ ਬਹੁਤ ਵਧੀਆ ਹੈਗਾ, ਲੇਕਿਨ ਟੀਨੇਜਰਸ ਵਾਸਤੇ ਅੱਜ ਕੱਲ੍ਹ ਦੇ ਜਿਹੜਾ ਪ੍ਰੈਸ਼ਰ ਹੈਗਾ ਉਹ ਹੈਂਡਲ ਨਹੀਂ ਹੁੰਦਾ। ਮਿੰਟ ਵਿੱਚ ਉਹਨਾਂ ਨੂੰ ਘਬਰਾਹਟ ਹੋਈ, ਦਵਾਈ ਲੈ ਲਿੱਤੀ, ਨਸ਼ੇ ਦੀ ਪਦਾਰਥ ਲੈ ਲਿੱਤੇ, ਸੌਰੀ ਟੂ ਸਟੇ, ਬਟ ਮਾਪਿਓ ਵੀ ਟਾਈਮ ਨਹੀਂ ਦੇ ਪਾਉਂਦੇ। ਬਿਲਕੁਲ ਠੀਕ ਹੈ। ਤੇ ਮਾਪਿਓ ਅਗਰ ਟਾਈਮ ਨਹੀਂ ਦੇਣਗੇ ਤੇ ਅੱਗੇ ਬੱਚੇ ਫਿਰ ਇਹੋ ਜਿਹੀ ਚੀਜ਼ਾਂ ਹੀ ਢੂੰਡਣਗੇ। ਪੁਰਾਣੇ ਜ਼ਮਾਨੇ ਰਿਸ਼ੀ ਮੁਨੀ ਸੀਗੇ, ਸਾਡੇ ਬਜ਼ੁਰਗ ਸੀਗੇ, ਕਹਿੰਦੇ ਸੀ ਨਹੀਂ ਵੀ ਥੋੜੀ ਦੇਰ ਆਪਣੀ ਫਰੈਸ਼ ਹਵਾ ਖਾਣੀ ਹੈਗੀ ਹੈ, ਖਾਣਾ ਤੰਦਰੁਸਤੀ ਦਾ ਖਾਣਾ ਹੈ। ਅੱਜ ਕੱਲ੍ਹ ਕਿਹੜੇ ਮਾਪਿਓ ਕਹਿੰਦੇ ਜਾਓ ਜੀ ਬਾਹਰ ਦੀ ਠੰਡ ਫਰੈਸ਼ ਹਵਾ ਖਾਓ ਜਾਂ ਤਾਜ਼ੀ ਖਾਣਾ ਖਾ ਲਓ, ਜਾਂ ਇੱਥੇ ਕੋਈ ਚੀਜ਼ ਰਹੀ ਨਹੀਂ ਗਈ ਅੱਜ ਕੱਲ੍ਹ। ਤੇ ਜਿੰਨੇ ਮੈਂ ਕਹਿੰਦੀ ਹਾਂ ਮਾਪਿਓ ਅਗਰ ਨਹੀਂ ਵੀ ਕਰ ਸਕਦੇ, ਲੇਕਿਨ ਬੱਚਿਆਂ ਨੂੰ ਇੱਕ ਐਗਜ਼ਾਮਪਲ ਦੇਣ ਵਾਲੇ ਆਪ ਸ਼ੁਰੂ ਕਰਨਗੇ ਤੇ ਬੱਚੇ ਆਪਣੇ ਆਪ ਉਹਨੂੰ ਫੋਲੋ ਕਰਨਗੇ। ਤੇ ਬੱਚਿਆਂ ਵਾਸਤੇ ਮੈਡੀਟੇਸ਼ਨ, ਯੋਗਾ ਤੇ ਪ੍ਰਾਣਾਯਾਮ ਹਫਤੇ ਵਿੱਚ 4 ਦਿਨ, ਮੈਂ ਕਹਿੰਦੀ ਹਾਂ ਅੱਧੇ ਘੰਟਾ ਸ਼ੁਰੂ ਕਰੋ। ਮੈਂ ਨਹੀਂ ਕਹਿੰਦੀ 1.5 ਘੰਟਾ ਲਾਓ, ਕਿਸੇ ਕੋਲ ਟਾਈਮ ਨਹੀਂ ਵੀ ਹੈਗਾ, ਅੱਧਾ ਘੰਟਾ ਲਾ ਕੇ ਸ਼ੁਰੂ ਤੇ ਕਰੋ। ਆਪਣੇ ਵਾਸਤੇ, ਆਪਣੇ ਸਰੀਰ ਵਾਸਤੇ ਬੜਾ ਜ਼ਰੂਰੀ ਹੈਗਾ। ਅਦਰਵਾਈਜ਼ ਮੈਂ ਕਹਿੰਦੀ ਹਾਂ ਨਾ, ਵਰਲਡ ਦਾ ਕੋਈ ਭਰੋਸਾ ਹੀ ਨਹੀਂ, ਕਿੱਥੇ ਤੋਂ ਕਿੱਥੇ ਜਾਈ ਜਾ ਰਿਹਾ ਹੈ, ਬਦ ਤੋਂ ਬੱਤਰ ਹੀ ਹੋ ਰਿਹਾ ਹੈ। ਤੇ ਅਸੀਂ ਵਾਪਸ 1000 ਸਾਲ ਪਿੱਛੇ ਜਾ ਰਹੇ ਹਾਂ। ਅੱਜ ਵੈਸਟ ਨੂੰ ਦੇਖਦੇ ਹਾਂ, ਜਗ੍ਹਾ ਜਗ੍ਹਾ ਹੌਟ ਯੋਗਾ ਦੇ ਸਟੂਡੀਓ ਖੁੱਲੇ ਹੋਏ ਨੇ, ਯੋਗਾ ਹੁੰਦਾ ਹੈ। ਵੈਸਟਰਨਰਸ ਅੱਜ ਈਸਟ ਦੇ ਕੋਲ ਜਾ ਰਹੇ ਨੇ, ਤੇ ਜਿੱਥੇ ਸ਼ੁਰੂ ਹੋਇਆ ਸੀ ਉੱਥੇ ਭੁੱਲ ਹੀ ਗਏ ਸਾਰਾ ਕੁਝ। ਯੋਗਾ ਦੇ ਵਿੱਚ ਨਾ ਜਦੋਂ ਛੋਟੇ ਹੁੰਦੇ ਸੀ ਇਹ ਗੱਲ ਸੁਣਨ ਦੇ ਵਿੱਚ ਮਿਲਦੀ ਹੁੰਦੀ ਸੀ ਕਿ ਯੋਗਾ ਕਰਨ ਦੇ ਨਾਲ ਬੰਦਾ ਜਵਾਨ ਬਹੁਤ ਰਹਿੰਦਾ ਹੈ, ਉਹਦੇ ਚਿਹਰੇ ਤੇ ਗਲੋ ਬਹੁਤ ਰਹਿੰਦੀ ਹੈ। ਔਰ ਇਹ ਵੀ ਜਿਹੜੀ ਗੱਲ ਹੈ ਔਰ ਤੁਹਾਨੂੰ ਦੇਖ ਕੇ ਬਿਲਕੁਲ ਸੱਚ ਸਾਬਤ ਹੁੰਦੀ ਹੈ ਕਿ ਯੋਗਾ ਕਰਨ ਦੇ ਨਾਲ ਬੰਦਾ ਮੈਂਟਲੀ ਤੌਰ ਤੇ ਔਰ ਜਿਹੜਾ ਫਿਜ਼ੀਕਲੀ ਤੌਰ ਦੇ ਉੱਪਰ ਕਿੰਨਾ ਜਿਹੜਾ ਹੈ ਕਿ ਵੀ ਉਹ ਫਰੈਸ਼ ਰਹਿੰਦਾ ਹੈ। ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਜਿਹੜਾ ਯੋਗਾ ਸਿੱਖਣ ਦੀ ਜਿਹੜੀ ਸੀਗੀ ਝਿਟਕ ਕਦੋਂ ਲੱਗੀ? ਤੁਸੀਂ ਕਦੋਂ ਮਤਲਬ ਚਾਹਿਆ ਕਿ ਮੈਂ ਵੀ ਯੋਗਾ ਸਿੱਖਾਂ? ਮੈਂ ਬਿਲਕੁਲ ਦਿਲ ਤੋਂ ਕਹਾਂ ਸੁਪਨ ਜੀ, ਮੈਂ ਚਾਹੁੰਦੀ ਸਾਂ ਤੁਸੀਂ ਇਹ ਕੁਐਸਚਨ ਪੁੱਛੋ ਕਿ ਤੂੰ ਅੰਜਨਾ ਕਦ ਸ਼ੁਰੂ ਕੀਤਾ। ਮੈਂ ਬੜੇ ਸਾਲਾਂ 20 ਸਾਲ ਮੈਂ ਕਾਰਪੋਰੇਟ ਵਰਲਡ ਵਿੱਚ ਕੰਮ ਕੀਤਾ ਹੈ। ਐਨਜੀ ਰੋਜ਼ ਭੱਜਾ ਦੌੜੀ, ਸਵੇਰੇ ਉੱਠਣਾ, ਬੱਚਿਆਂ ਨੂੰ ਭੇਜਣਾ, ਨੌਕਰੀ ਜਾਣਾ, ਤੇ 에ਅਰਲਾਈਨਸ ਵਿੱਚ ਕੰਮ ਕਰਦੀ ਸੀਗੀ। ਤੇ ਆਪਣਾ ਲੇਕਿਨ ਯੋਗਾ ਮੈਂ ਧੀਰੇ ਧੀਰੇ ਬਚਪਨ ਤੋਂ ਮੈਂ ਕਰਦੀ ਸੀ, ਲੇਕਿਨ ਇੰਨਾ ਜ਼ਿਆਦਾ ਨਹੀਂ ਕਰਦੀ ਸੀਗੀ। 4 ਸਾਲ ਪਹਿਲੇ ਇੰਟਰਸਟ ਕਿੱਥੋਂ ਹੋਏ ਸੀਗੇ ਵੀ ਯੋਗਾ ਕਰਨਾ ਹੈ? ਕਿਉਂਕਿ ਮੈਂ ਸਟ੍ਰੈਸ, ਕਾਰਪੋਰੇਟ ਵਰਲਡ ਦਾ ਸਟ੍ਰੈਸ ਜਿਹੜੇ ਅੱਜ ਸਭ ਨੂੰ ਹੈਗਾ, ਨੌਕਰੀ ਜਾਂਦੇ ਨੇ, ਟਾਰਗੇਟਸ ਹੈਗੇ, ਗੋਲ ਮੀਟ ਕਰਨੇ ਨੇ, ਬੌਸ ਨੇ ਕੁਝ ਕਹਿ ਦਿੱਤਾ, ਟਰੈਵਲ ਕਰਨਾ ਹੈਗਾ, ਇੰਨਾ ਸਟ੍ਰੈਸ ਹਰ ਕਿਸੇ ਦੀ ਫੈਮਿਲੀ ਹੈ, ਲੇਡੀਜ਼ ਦੀ ਖਾਸ ਕਰ, ਦੇ ਆਰ ਮਲਟੀਟਾਸਕਿੰਗ। तो 4 साल पहले मैं वेख्या कि मेरी तो तबीयत अप डाउन होती है, मैं बार बार बीमार पै जानी हाँ, खांसी जुकाम होता है, बार बार एंटीबायोटिक खानी पै रही हैं। तो मैं खा तो सब कुछ ठीक रही हाँ, पहले वही गल आ गई, खा तुसी सब कुछ रहो लेकिन दिमाग तो स्ट्रेस हैगा, तो खान नाल कोई फर्क नहीं पै रहा क्योंकि मेंटली आई वॉज वेरी डिस्टर्ब्ड। तो फिर मैं प्रॉपर योगा का कोर्स किया, US जाके किया, इत्थों किया, मैं कोर्स पूरा 200 आवर्स का किया। उसके बाद मैं फर्क अपना वेख्या कि मैं क्या नहीं, यही एक चीज़ हैगी है जिहड़ी मैनू कम भी करन देगी, फैमिली भी संभालन देगी, तो स्ट्रेस नू हैंडल करना भी सिखाएगी। अज मैं थोड़ी लाइफ ईजी करनी है, मतलब यह नहीं है बच्चे वड्डे हो गए, मेरे ग्रोन अप है, सैटल्ड है, बट मैं कहनी हाँ इनू पार्ट ऑफ डेली रूटीन बनाना बड़ा जरूरी है। कितनी बार अज भी स्ट्रेस आता है। मैं गल कर लगा सी, सॉरी टू से दैट विच गल कटदा कि पर ये भी योगा दी करामत लगदी कि इदां लगदा नहीं कि तुहाडे बच्चे वड्डे होणगे। मैं कहनी हाँ भगवान दी बहुत बहुत मेहर हैगी, रब दी बड़ी मेहर हैगी है कि यस आई हैव बीन एबल टू मेनटेन इट। बट योगा नाल मैनू यह जरूर लगता है कि मैं बड़ा माइंडलैसली नहीं खाती, माइंडलैसली कुछ नहीं करती, सोच के माइंडफुल करनी है, बट इनू एक रूटीन ते कमिटमेंट बनाई हुई है। सुपन आसान तो नहीं हैगा लेकिन जारी इनू करना ही है लाइफ लॉन्ग वास्ते। ये ਜਿਹੜਾ ਖਾਣ ਵਾਲੀ ਗੱਲ ਕੀਤੀ ਇਹਦੇ ਬਾਰੇ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈਗਾ ਲੇਕਿਨ ਸਮਾਂ ਫਿਰ ਇੱਕ ਬ੍ਰੇਕ ਹੋ ਗਿਆ, ਉਸ ਤੋਂ ਬਾਅਦ ਪੁੱਛਦੇ ਹਾਂ। ਔਰ ਬੜੀਆਂ ਗਿਆਨ ਵਾਲੀਆਂ ਗੱਲਾਂ ਅੱਜ ਯੋਗਾ ਬਾਰੇ ਹੋ ਰਹੀਆਂ ਅੰਜਨਾ ਜੀ ਦੇ ਨਾਲ, ਔਰ ਕੁਝ ਗੱਲਾਂ ਹੋਰ ਕਰਦੇ ਹਾਂ ਜੀ ਇਸ ਵਕਫੇ ਤੋਂ ਬਾਅਦ। ਹੁਣ ਥੋੜੇ ਹੈਗੇ ਜਿਹੜੇ ਮੋਢੇ, ਕਈ ਵਾਰ ਮੋਢੇ ਤੁਹਾਡੇ ਦੁਖਦੇ ਨੇ, ਉੱਪਰ ਦੀ ਪਿੱਠ ਦੁਖਦੀ ਹੈ। बड़ा सिंपल हैगा, हथ अपने सामने रख के जेडे पाम्स है एक दूजे नू फेस कीतियां, आराम नाल जेडे शोल्डर्स है रिलैक्स किते, अंदर सा बाहर ते हाथ बाहर, अंदर बाहर, एक और बार अंदर, एक और बार, ए भी 5 ਤੋਂ 6 ਵਾਰ आराम नाल कीती ਤੇ ਰਿਲੈਕਸ ਹੋ ਕੇ ਕੀਤੀ। ਇੱਕ ਹੋਰ ਬੜਾ ਆਸਾਨ ਤਰੀਕਾ ਜਿਹੜੀ ਕਈ ਵਾਰ ਹੁੰਦੇ ਨੇ ਕਿ ਤੁਹਾਡੇ ਪੂਰੇ ਪਿੱਠ ਵਿੱਚ ਸਾਈਡ ਵਿੱਚ ਪੇਨ ਹੋ ਰਹੀ ਹੁੰਦੀ ਹੈ, ਇਸ ਵਾਸਤੇ ਥੋੜਾ ਜਿਹਾ ਕੀਤਾ, ਰਾਈਟ ਸਾਈਡ ਤੋਂ ਤੁਸੀਂ ਆਪਣਾ ਚੇਅਰ ਫੜ ਲਿੱਤੀ ਜਾਂ ਸੋਫਾ ਫੜ ਲਿੱਤਾ, टाइट जिस तो गिरे नहीं, क्योंकि सीनियर्स वास्ते मैं बार बार तवज्जो देवांगी कि फ्लैक्सीबिलिटी वास्ते, बैलेंस वास्ते जरूरी हैगा कि तुसी फड़ के चेयर नाल करो जिस तो तुसी अपना बैलेंस ना लूज करो। अपना राइट साइड तो पढ़ के लैफ्ट हैंड उत्तों लगा के जिन्ना भी हो सके बेंड करो। हुण असी लैफ्ट साइड तो फड़ना हैगा कुर्सी नू टाइट ते राइट साइड ते रिलैक्स।
ਇਹ ਵੀ ਦੋਨੋਂ ਸਾਈਡ ਤੇ ਘੱਟ ਤੋਂ ਘੱਟ 5 ਤੋਂ 6 ਵਾਰ ਹਰ ਟਾਈਮ ਕਰਕੇ ਫਿਰ ਆਪਣਾ ਰਿਲੈਕਸ करना है। फिर एक लंबी सा अंदर लेनी है ते बाहर। जब जब फील होए कि थोड़ी थकावट हो रही है, छोड़ना नहीं योगा। अपना बैठिया 2-3 वड्डियां ब्रैथ अंदर लईयां, साह अंदर ले बाहर ले, बॉडी रिलैक्स हो गई। बड़ा सिंपल हैगा। ਸਾਡੇ ਜੁਆਇੰਟਸ ਨੂੰ ਪੇਨਸ ਹੁੰਦੇ ਨੇ, ਜਿਵੇਂ ਅਸੀਂ ਵੱਡੇ ਹੁੰਦੇ ਆ, ਸੀਨੀਅਰਸ ਹੋ ਜਾਂਦੇ ਆ, ਆਸਟੀਓਆਰਥਰਾਈਟਿਸ ਹੋ ਜਾਂਦਾ ਹੈ। ਹੱਥ ਇੰਚ ਕਿਤੇ ਲੰਬੇ ਖਿੱਚ ਕੇ, ਅਗਰ ਕੋਨੀਆਂ ਸਿੱਧੀਆਂ ਨਹੀਂ ਵੀ ਹੁੰਦੀਆਂ ਕੋਈ ਨਹੀਂ, ਉੱਤੇ ਥੋੜੀ ਦੇਰ ਇੰਚ ਬੈਠਿਆ, ਪਿੱਠ ਸਿੱਧੀ ਕੀਤੀ ਕਿ ਦੇਖਿਆ ਕਿ ਵੀ ਪਿੱਠ ਜਿਹੜੀ ਤੁਹਾਡੀ ਕੁਰਸੀ ਨੂੰ ਨਹੀਂ ਲੱਗ ਰਹੀ, ਕੁਰਸੀ ਤੋਂ ਥੋੜੇ ਵੱਧ ਕੇ ਅੱਗੇ ਆਈ ਹੋਈ ਹੈ। ਇਹਨੂੰ ਸਿਰਫ 5 ਤੋਂ 6 ਵਾਰੀ ਰੋਜ਼ ਕਰਨਾ ਹੈਗਾ। ਇਹ ਤੁਹਾਡੀ ਫਲੈਕਸੀਬਿਲਿਟੀ ਵਧਾਉਂਦੀ ਹੈ ਤੇ ਤੁਹਾਡੀ ਜਿਹੜੀ ਬੈਕ ਦੀ ਸਟਰੈਂਥ ਹੈਗੀ ਹੈ ਉਹਨੂੰ ਵਧਾਉਂਦੀ ਹੈਗੀ ਹੈ। ਇਹਨੂੰ ਇੱਕ ਰੂਟੀਨ ਬਣਾ ਲਿੱਤਾ, ਸੋਫੇ ਤੇ ਬੈਠਿਆ ਤੇ ਆਰਾਮ ਨਾਲ ਕਰ ਲਿੱਤਾ। ਧੀਰੇ ਜੇ ਹੁਣ ਕਈਆਂ ਨੂੰ ਗੋਡਿਆਂ ਦੀ ਪ੍ਰੋਬਲਮ ਹੁੰਦੀ ਹੈ, ਕਈ ਕਹਿੰਦੇ ਨੇ ਵੀ ਗੋਡੇ ਨਹੀਂ ਚੱਲਦੇ, ਸਿਰਫ ਸੋਫੇ ਤੇ ਉੱਤੇ ਬਹਿ ਕੇ ਇੰਜ ਕਰਕੇ ਟੰਗ ਸਿੱਧੀ ਕਰ ਲੈਣੀ ਹੈ। अगर तुसी हथ रखना चाहो जरूर रख सकते हो, बिना हथ दे करना चाहते हो जरूर रखो, बट करनी जरूर हैगी। इनिशियली शुरू में थोड़ी प्रॉब्लम लगेगी, दुखेगा, लेकिन धीरे धीरे तुहाडी बोन्स विच स्ट्रेंथ ते फ्लैक्सीबिलिटी आएगी। फिर दूजी साइड, उसदे बाद धीरे जे हिम्मत की ते दोनों हाथ उत्ते कर लेते ते दोनों टंगा उत्ते कर लेतियां। हर एक्सरसाइज या हर आसन ਜਿਹੜਾ मैं ਤੁਹਾਡੇ ਨੂੰ ਕਹਿ ਰਹੀ ਹਾਂ ਉਹਨੂੰ 5 ਤੋਂ 6 ਵਾਰੀ ਮਿਨੀਮਮ ਕਰਨਾ ਹੈ। ਕੋਸ਼ਿਸ਼ ਕੀਤੀ ਕਿ ਉਹਨੂੰ ਧੀਰੇ 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 ਕਰਕੇ ਵਧਾਇਆ, ਕਿਉਂਕਿ ਤੁਸੀਂ ਆਪਣੇ ਆਪ ਵੇਖੋਗੇ ਤੁਹਾਡੀ ਫਲੈਕਸੀਬਿਲਿਟੀ ਜਿਹੜੀ ਹੈਗੀ ਹੈ ਉਹ ਵਧੇਗੀ। ਇਹ ਪਿੱਠ ਵਾਸਤੇ ਇੱਕ ਹੋਰ ਬੜਾ ਸਿੰਪਲ ਜਿਹਾ ਹੈਗਾ, ਹੱਥ ਇੰਚ ਕਰਕੇ ਪਿੱਠ ਤੁਸੀਂ ਆਪਣਾ ਜਿਹੜਾ ਬੈਕ ਸਟੇਚਰ ਹੈਗਾ ਉਹਨੂੰ ਸਿੱਧਾ ਕਰਕੇ ਧੀਰੇ ਜੇ ਸਿਰਫ ਪਿੱਠ ਨੂੰ ਅੱਗੇ ਲਿਆਉਣਾ ਹੈ, ਹਿੱਲਣਾ ਨਹੀਂ। ਜਿੱਥੇ ਤੁਸੀਂ ਬੈਠੇ ਹੋ ਉੱਥੇ ਹੀ ਠੀਕ ਹੈਗਾ, ਸਿਰਫ ਪਿੱਠ ਨੂੰ ਅੱਗੇ ਲਿਆਉਣਾ ਹੈ, ਧੀਰੇ ਜੇ ਪਿੱਛੇ ਲਿਆਉਣਾ ਹੈ। एक और बारी अगे, धीरे जे पीछे ले आना है। वक्फे तो बाद एक बार फिर तुहाडे सारिਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਜ਼ਿੰਦਗੀ ਵਿੱਚ। ਔਰ ਯੋਗ ਵਿਗਿਆਨ ਬਾਰੇ, ਯੋਗਾ ਬਾਰੇ ਗੱਲਬਾਤ ਅੱਜ ਚੱਲ ਰਹੀ ਹੈ ਸਪੈਸ਼ਲਿਸਟ ਅੰਜਨਾ ਕੋਚਰ ਜੀ ਦੇ ਨਾਲ। ਆਓ ਜੀ ਉਹਨਾਂ ਕੋਲ ਅਗਲੀ ਗੱਲਬਾਤ ਜਾਣਦੇ ਹਾਂ। ਵਕਫੇ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਕਿ ਖਾਣਾ ਔਰ ਜਿਹੜਾ ਤੁਸੀਂ ਯੋਗਾ ਕਰਦੇ ਹੋ, ਇਹ मतलब ਪਹਿਲਾ ਤਾਂ ਮੇਰਾ ਇਹ ਸਵਾਲ ਹੈ ਕਿ ਵੀ ਮਤਲਬ ਤੁਹਾਨੂੰ ਕਿੰਨਾ ਕੁ ਖਾਣਾ ਚਾਹੀਦਾ ਹੈ, ਕਿਉਂਕਿ ਕਈ ਵਾਰੀ ਜਿਹੜੇ ਜਿਮ ਜਾਣ ਵਾਲੇ ਆ ਉਹ ਤਾਂ ਕਹਿੰਦੇ ਕਿ ਵੀ ਸਾਡੀ ਇੰਨੀ ਡਾਈਟ ਸਾਨੂੰ 7 ਮੀਲਸ ਚਾਹੀਦੇ ਨੇ, ਤੇ ਜਿਹੜਾ ਯੋਗਾ ਕਰਨ ਵਾਲਾ ਹੈ ਉਹਨੇ ਠੀਕ ਹੈ, ਉਹਨੇ ਜਿਮ ਜਾ ਕੇ ਵੀ ਕਹਿੰਦਾ ਮੈਂ ਥੋੜੀ ਬਹੁਤੀ ਐਕਸਰਸਾਈਜ਼ ਕਰਨੀ ਹੈ, ਯੋਗਾ ਵੀ ਕਰਨਾ ਹੈ, ਤੇ ਤੁਹਾਡੇ ਸਰੀਰ ਦਾ ਤਵਾਜ਼ਨ ਬੈਲੈਂਸ ਰੱਖਣ ਵਾਸਤੇ ਤੁਹਾਨੂੰ ਕਿੰਨਾ ਕੁ ਖਾਣਾ ਚਾਹੀਦਾ ਹੈ? फिर उत्थे गल आ जाती है, हर शरीर डिफरेंट हैगा, हर शरीर की रिक्वायरमेंट डिफरेंट हैगी है। बट बेसिक जरूर मैं कहनी कि इंसान जब मतलब बनया हैगा वो मोर ओरिएंटेड होंदा है कि वेजिटेरियन जी। मेरा मतलब यही रहता है कि जब असी बड़े बनया, हाथी सब तो पावरफुल जानवर हैगा, लेकिन वो वेजिटेरियन हैगा ना, तो नॉट नैसेसरी कि तुहाडा नॉन वेज खाण नाल ही वधिया शरीर होएगा या बॉडी चलेगी। मोर गोइंग टूवर्ड्स नेचर इज़ द मोस्ट इंपॉर्टेंट थिंग। तो मेरे वास्ते वो बहुत इंपॉर्टेंट हैगा कि जिन्ना भी कहते ना, जब पहला इंसान आया सीगा तो वो सब तो पहले अगर मैं तुहाडे सामने कच्चा मीट रख देवां या सब्जियां रख देवां, फ्रूट रख देवां, तुसीं पहले की खाओगे? अंदरों तुहाडी आवाज़ आएगी कि पहले फ्रूट ते वेजिटेबल खानी है, क्योंकि दैट इज़ वॉट इंसान बनिया उस वास्ते है। वो तो असी फ्लेवर वास्ते, चीज़ों वास्ते होर चीज़ां चले गए हैं, एक जानवर नूं मार के अपना शरीर पलना शुरू कर गए। वो शुरुआत तो इंज नहीं हुई सीगी। से मेरे वास्ते मैं बड़ा बिलीव करनी हाँ कि भी वेजिटेरियन होना बड़ा इंपॉर्टेंट हैगा, ज़रूरी नहीं, बट इफ़ यू कैन ट्राई आप अपने आप बेनिफिट ਉਹਦੇ ਵਿੱਚ ਤੁਸੀਂ ਵੇਖੋਗੇ ਕਿ देयर इज लॉट ऑफ बेनिफिट। ਪਰ ਯੋਗਾ ਜਦੋਂ ਕਰਨਾ ਉਦੋਂ ਮਤਲਬ ਕਿੰਨਾ ਖਾਣਾ ਚਾਹੀਦਾ, ਪੇਟ ਖਾਲੀ ਹੋਣਾ ਚਾਹੀਦਾ, ਕਿਸ ਉਸ ਵੇਲੇ ਜਿਹੜੀ ਤੁਹਾਡੀ ਕੀ ਸਥਿਤੀ ਹੋਣੀ ਚਾਹੀਦੀ ਹੈ? 2 ਘੰਟੇ ਪਹਿਲੇ ਮਿਨੀਮਮ ਤੁਹਾਡਾ ਖਾਣਾ ਪਹਿਲੇ ਹੋ ਜਾਣਾ ਚਾਹੀਦਾ ਅਗਰ ਤੁਸੀਂ ਯੋਗਾ ਕਰਨੀ ਹੈਗੀ ਹੈ। ਕਿਉਂਕਿ ਅਗਰ ਪੇਟ ਭਰਿਆ ਹੋਇਆ, ਕਿੰਨੇ ਆਸਨ ਹੈਗੇ ਜਿਵੇਂ ਤੁਸੀਂ ਕੋਰ ਵਿੱਚ ਡਿਪੈਂਡ ਕਰਦੇ ਹੋ, ਤੁਸੀਂ ਕਰਦੇ ਹੋ, ਕਿੰਨੇ ਹੋਰ ਪ੍ਰਾਣਾਯਾਮ ਹੈਗੇ ਜਿਹੜੇ ਜਿਹਦੇ ਵਿੱਚ ਤੁਸੀਂ ਕਨਸੈਂਟਰੇਟ ਤੁਹਾਡੇ ਆਪਣੇ ਬੈਲੀ ਵਿੱਚ ਕਰਦੇ ਹੈਗੇ ਸਟਮਕ ਵਾਸਤੇ, ਤੇ ਉਹਦੇ ਵਾਸਤੇ ਮਿਨੀਮਮ 2 ਆਵਰਸ ਨਾ ਖਾਓ, ਉਸ ਤੋਂ ਪਹਿਲੇ ਖਾ ਕੇ 2-2.5 ਘੰਟਾ ਲਾ ਕੇ ਉਹਦੇ ਬਾਅਦ ਤੁਸੀਂ ਕੋਈ ਵੀ ਐਕਸਰਸਾਈਜ਼ ਹੋਏ ਮੇਰੇ ਹਿਸਾਬ ਨਾਲ ਟਾਈਮ ਕਿਹੜਾ ਠੀਕ ਰਹਿੰਦਾ? ਕਈ ਵਾਰੀ ਮੈਂ ਦੇਖਦਾ ਹੁੰਦਾ ਕਿ ਮੇਰੇ ਜਿਹੜੇ ਫਾਦਰ ਐਂਡ ਮਦਰ ਉਹ ਵੀ ਯੋਗਾ ਕਾਫੀ ਸਾਲ ਉਹਨਾਂ ਨੇ ਕੀਤਾ, ਉਹ ਸਵੇਰੇ ਉੱਠ ਕੇ ਕਰਦੇ ਹੁੰਦੇ ਸੀ। ਕੋਈ ਖਾਸ ਟਾਈਮ ਹੁੰਦਾ ਹੈ ਕਿ ਤੁਸੀਂ ਕਿਸੇ ਟਾਈਮ ਵੀ ਕਰ ਸਕਦੇ ਹੋ? ਬੈਸਟ ਆਫ ਕੋਰਸ ਕਹਿਣ ਨੂੰ ਤੇ ਬੈਸਟ ਹੈਗਾ ਸਵੇਰੇ ਕਰ ਸਕੋ, ਕਿਉਂਕਿ ਕੋਈ ਡਿਸਟਰਬੈਂਸ ਨਹੀਂ ਹੈਗੀ ਹੈ, ਮਾਈਂਡ ਤੁਹਾਡਾ ਰਿਲੈਕਸਡ ਹੈਗਾ, ਆਸ-ਪਾਸ ਆਵਾਜ਼ ਨਹੀਂ ਹੈਗੀ, ਨੋਇਜ਼ ਨਹੀਂ ਹੈਗਾ,
ਤੇ ਦੁਨੀਆ ਸ਼ੁਰੂ ਨਹੀਂ ਹੋਈ, ਤੁਸੀਂ ਉਸ ਟਾਈਮ ਆਰਾਮ ਨਾਲ ਕਰ ਸਕਦੇ ਹੋ। ਬਟ ਇਹਦੇ ਵਿੱਚ ਕੋਈ ਸਟਾਪੇਜ ਨਹੀਂ ਹੈਗੀ, ਕਿਉਂਕਿ ਕਈ ਵਾਰ ਬੰਦੇ ਨਾਈਟ ਡਿਊਟੀ ਕਰਕੇ ਆਉਂਦੇ ਨੇ, ਸਵੇਰੇ ਥੱਕੇ ਹੋਏ ਨੇ, ਤੇ ਮੈਂ ਉਹ ਬੰਦਿਸ਼ ਕਦੀ ਵੀ ਨਹੀਂ ਲੋਕਾਂ ਨੂੰ ਪਾਉਂਦੀ। ਲੇਕਿਨ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ 7 ਵਜੇ ਤੋਂ ਸ਼ਾਮੀ 7 ਵਜੇ ਤੋਂ ਪਹਿਲੇ ਯੋਗਾ ਕਰ ਲਓ, ਬਿਕੋਜ਼ ਯੋਗਾ ਨਾਲ ਆਸਨ ਤੇ ਪ੍ਰਾਣਾਯਾਮ ਤੁਹਾਡੀ ਬੋਡੀ ਐਨਰਜਾਈਜ਼ ਹੋ ਜਾਂਦੀ ਹੈ। ਅਗਰ ਤੁਸੀਂ ਐਨਰਜਾਈਜ਼ ਹੋਗੇ ਤੇ ਫਿਰ ਰਾਤੀ ਸੋਗੇ ਕਿੰਜ ਤੁਸੀਂ। ਸੋ ਕੋਸ਼ਿਸ਼ ਕੀਤੀ ਸ਼ਾਮੀ 7 ਵਜੇ ਤੋਂ ਪਹਿਲੇ ਜਿਹੜਾ ਵੀ ਟਾਈਮ ਠੀਕ ਲੱਗੇ, 2-2.5 ਘੰਟੇ ਖਾਣਾ ਖਾਣ ਤੋਂ ਬਾਅਦ ਤੁਸੀਂ ਆਪਣਾ ਯੋਗਾ ਕਰ ਲਿੱਤਾ। ਤੇ ਤੁਸੀਂ ਇੱਥੇ ਸੀਨੀਅਰਸ ਨੂੰ ਵੀ ਯੋਗਾ ਸਿਖਾਉਂਦੇ, ਉਹ ਕਿਦਾਂ ਦਾ ਤਜਰਬਾ ਹੈ? ਸੀਨੀਅਰਸ ਜਿਹੜੇ ਆ ਦਿਲਚਸਪੀ ਲੈਂਦੇ ਨੇ ਸਿੱਖਣ ਦੇ ਵਿੱਚ, ਆਉਂਦੇ ਨੇ, ਜਾਂ ਅਜੇ ਉਹਨਾਂ ਦੇ ਵਿੱਚ ਕਿ ਹੈਗਾ ਅਸੀਂ ਹੁਣ ਬਜ਼ੁਰਗ ਹੋ ਗਏ, ਸਾਡੇ ਕੋਲ ਨਹੀਂ ਇਹ ਹੁੰਦਾ, ਸਾਡਾ ਸਰੀਰ ਜਿਹੜਾ ਬੈਂਡ ਨਹੀਂ ਹੁੰਦਾ ਜਾਂ ਲਚਕੀਲਾ ਨਹੀਂ ਰਿਹਾ? ਇਹ ਜਿਹੜੇ ਐਕਸਪੀਰੀਅੰਸ ਹੈ, ਇਹ ਤਜਰਬੇ ਬਾਰੇ ਦੱਸੋ। ਸੀਨੀਅਰਸ ਨਾਲ ਮੇਰਾ ਬਹੁਤ ਹੀ ਕਲੋਜ਼ ਰਿਸ਼ਤਾ ਹੈਗਾ, ਕਿਉਂਕਿ ਮੈਂ ਬਹੁਤ ਸਾਰੇ ਸੀਨੀਅਰਸ ਹੋਮ ਨੂੰ ਸਿਖਾਉਂਦੀ ਹਾਂ, ਤੇ ਸੀਨੀਅਰਸ ਨੂੰ ਮੈਂ ਉਹਨਾਂ ਨੂੰ ਇਹ ਕਹਿੰਦੀ ਹਾਂ ਕਿ ਤੁਸੀਂ ਕੋਈ ਗੱਲ ਨਹੀਂ, ਅੱਜ ਸ਼ੁਰੂ ਕਰਨਾ ਅੱਜ ਤੋਂ ਕਰੋ। ਮੋਸਟ ਇੰਪੋਰਟੈਂਟ ਇਸ ਵਾਸਤੇ ਕਹਿੰਦੀ ਹਾਂ ਕਿਉਂਕਿ ਜਿੰਨੇ ਸੀਨੀਅਰਸ ਹੁੰਦੇ ਨੇ, ਇਹਨਾਂ ਦੀ ਮੋਬਿਲਿਟੀ ਤੇ ਬੈਲੈਂਸ ਅੱਗੇ ਪਿੱਛੇ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖੋਗੇ ਸਾਡੇ ਮੈਂ ਕਹਿੰਦੀ ਹਾਂ 1/3 ਜਿਹੜੇ ਸਾਡੇ 65 ਤੋਂ ਐਲਡਰ ਹੈਗੇ, ਓਬੀਜ਼ ਹੈਗੇ। ਓਬੀਜ਼ ਨਾਲ ਬੈਲੈਂਸ ਹੋ ਜਾਂਦਾ, ਮਸਲ ਟੋਨ ਤੁਹਾਡਾ ਘੱਟ ਹੋ ਜਾਂਦਾ, ਸਰੀਰ ਦਾ ਸਟਰੈਂਥ ਘੱਟ ਹੋ ਜਾਂਦਾ, ਫਲੈਕਸੀਬਿਲਿਟੀ ਘੱਟ ਹੋ ਜਾਂਦੀ ਹੈ। ਯੋਗਾ ਨਾਲ ਇਹ ਸਭ ਚੀਜ਼ਾਂ ਵਿੱਚ ਬਹੁਤ ਫਰਕ ਹੈਗਾ। ਬਲੱਡ ਪ੍ਰੈਸ਼ਰ, ਕਾਰਡੀਓਵਾਸਕੂਲਰ ਪ੍ਰੋਬਲਮ, ਡਾਇਬੀਟੀਜ਼ ਬਹੁਤ ਫਾਇਦੇਮੰਦ ਹੈਗਾ। ਤੁਹਾਡਾ ਜਿਹੜਾ ਸਟਰੈਂਥ ਹੈਗਾ, ਗੋਡੀਆਂ, ਆਸਟੀਓਆਰਥਰਾਈਟਿਸ, ਲੇਡੀਜ਼ ਨੂੰ ਜਿਹੜਾ ਹਿਪ ਜੁਆਇੰਟਸ ਦੀ ਪ੍ਰੋਬਲਮ ਹੁੰਦੀ ਨੇ, ਕਹਿੰਦੇ ਕਿ ਹਿਪ ਫ੍ਰੈਕਚਰ ਹੋ ਜਾਏ ਤੇ ਇਹਦੇ ਵਿੱਚੋਂ 10% ਕਈ ਵਾਰ ਕਹਿੰਦੇ ਨੇ ਕਿ ਫੇਟਲ ਵੀ ਹੋ ਜਾਂਦਾ ਹੈ, ਰਿਕਵਰ ਹੀ ਨਹੀਂ ਕੋਈ ਕਰਦੇ ਇਹ ਲੋਕ। ਤੇ ਹਿਪ ਜੁਆਇੰਟ ਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦਾ ਹੈ ਕਿ ਕਿਉਂਕਿ ਤੁਸੀਂ ਯੋਗਾ ਆਸਨ ਕੀਤੇ ਹੋਣ, ਤੁਹਾਡੀ ਹਿਪ ਅਗਰ ਜਿਹੜਾ ਹੈਗਾ ਸਟਰੈਂਥਫੁਲ ਹੋਏਗਾ, ਮਸਲ ਟੋਨ ਤੁਹਾਡਾ ਬਣਦਾ, ਤੁਹਾਡੀ ਕੋਆਰਡੀਨੇਸ਼ਨ ਬਣਦੀ ਹੈ। ਕਿੰਨੇ ਇਹੋ ਜਿਹੇ ਪ੍ਰਾਣਾਯਾਮ ਤੇ ਬੈਲੈਂਸਿੰਗ ਵਾਲੇ ਜਿਹੜੇ ਆਸਨ ਅਸੀਂ ਕਰਵਾਉਂਦੇ ਹਾਂ, ਬਹੁਤ ਜ਼ਰੂਰੀ ਹੈ, ਕਿਉਂਕਿ ਤੁਹਾਡੇ ਬ੍ਰੇਨ ਦੇ ਲੈਫਟ ਤੇ ਰਾਈਟ ਸਾਈਡ ਨੂੰ ਕੋਆਰਡੀਨੇਟ ਕਰਦੇ ਨੇ ਤੁਹਾਡਾ ਨਰਵਸ ਤੇ ਮਸਕੂਲਰ ਸਿਸਟਮ। ਜਦ ਉਹ ਕੋਆਰਡੀਨੇਟ ਹੁੰਦਾ ਤੇ ਤੁਹਾਡਾ ਬੈਲੈਂਸ ਰਹਿੰਦਾ ਹੈ। ਤੁਸੀਂ ਦੇਖੋ ਕਿ ਬਜ਼ੁਰਗ ਆਪਣਾ ਬੈਲੈਂਸ ਖੋ ਦਿੰਦੇ ਨੇ, ਕਿੰਨੀ ਵਾਰੀ ਤੁਸੀਂ ਵੇਖੋਗੇ ਜੀ ਗਿਰ ਗਏ, ਡਿੱਗ ਪਏ ਤੇ ਕੁਝ ਲੱਗ ਗਿਆ, ਚੋਟ ਲੱਗ ਗਈ ਤੇ ਪ੍ਰੋਬਲਮ ਹੈ ਅੱਗੇ ਵਧੋ। ਤਾਂ ਬੈਲੈਂਸ ਵਾਸਤੇ ਬੜਾ ਜ਼ਰੂਰੀ ਹੈ, ਮਸਲ ਕੋਆਰਡੀਨੇਸ਼ਨ ਵਾਸਤੇ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਸਾਡੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਸ਼ਕ ਨੇ, ਬਜ਼ੁਰਗ ਨੇ, ਉਹ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ, ਔਰ ਜੇ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ, ਸਿੱਖਣਾ ਚਾਹਣ, ਤੁਸੀਂ ਕਿੱਥੇ ਸਿਖਾਉਂਦੇ, ਜਾਂ ਤੁਸੀਂ ਆਪਣਾ ਕੋਈ ਜਿਹੜਾ ਨੰਬਰ ਹੈ ਸਾਡੇ ਦਰਸ਼ਕਾਂ ਦੇ ਨਾਲ, ਵਿਊਜ਼ ਦੇ ਨਾਲ ਸਾਂਝਾ ਕਰੋ। ਜ਼ਰੂਰ, ਮੇਰਾ ਨੰਬਰ ਹੈਗਾ 6472083800। ਮੈਨੂੰ ਬਹੁਤ ਖੁਸ਼ੀ ਹੋਏਗੀ ਕਿ ਜਿਹੜੇ ਇੰਸਟੀਟਿਊਸ਼ਨ ਜਿੱਥੇ ਸੀਨੀਅਰਸ ਜਾਂਦੇ ਨੇ, ਜਾਂ ਨਾਨ ਪ੍ਰੋਫਿਟ ਹੈਗੇ, ਗੁਰਦੁਆਰੇ ਵਿੱਚ ਹੈਗੇ, ਕਮਿਊਨਿਟੀ ਸੈਂਟਰਸ ਵਿੱਚ ਹੈਗੇ, ਮੈਨੂੰ ਬਹੁਤ ਖੁਸ਼ੀ ਹੋਗੀ ਅਗਰ ਮੈਂ ਕਿਸੇ ਨੂੰ ਵੀ ਮਦਦ ਕਰ ਸਕਾਂ, ਕਿਸੇ ਵਾਸਤੇ ਕਲਾਸਿਸ ਲੈ ਸਕਾਂ, ਸੋ ਦੈਟ ਸੀਨੀਅਰਸ ਇਹ ਨਾ ਸੋਚਣ ਕਿ ਅੱਜ ਇਹ ਉਮਰ ਖਤਮ ਹੋ ਗਈ ਹੈ। ਸਾਡੇ ਜਾਰਜ ਬਰਨਰਡ ਸ਼ਾਅ ਜਿਹੜੇ ਇੰਨੇ ਵੱਡੇ ਰਾਈਟਰ ਸੀਗੇ, ਉਹਨਾਂ ਨੇ ਕਿਹਾ ਕਿ ਵੀ ਡੋਂਟ ਸਟਾਪ ਪਲੇਇੰਗ ਬਿਕੋਜ਼ ਵੀ ਗਰੋ ਓਲਡ, ਇਨਸਟੈਡ ਵੀ ਗਰੋ ਓਲਡ ਬਿਕੋਜ਼ ਵੀ ਸਟਾਪ ਪਲੇਇੰਗ। ਅੱਛਾ, ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਤੁਸੀਂ ਗੱਲ ਕੀਤੀ ਹੈ ਬਜ਼ੁਰਗੀ ਦੀ, ਓਲਡ ਹੋਣ ਦੀ। ਜਿਹੜੇ ਜਵਾਨ ਨੇ, ਜਿਹੜੇ ਯੰਗ ਨੇ, ਤੇ ਇੱਕ ਤੁਸੀਂ ਸੀਨੀਅਰਸ ਦੀ ਗੱਲ ਕੀਤੀ ਹੈ, ਕੁਝ ਆਸਣ ਖਾਸ ਹੋਣਗੇ ਜਿਹੜੇ ਤੁਸੀਂ ਸਿਰਫ ਸੀਨੀਅਰਸ ਵਾਸਤੇ ਆ, ਤੇ ਜਿਹੜੇ ਜੇ ਯੰਗ ਕਰਨਾ ਚਾਹੁੰਦੇ ਨੇ, ਸੋ ਉਹਨਾਂ ਵਾਸਤੇ ਬਿਲਕੁਲ ਡਿਫਰੈਂਟ ਆਸਣ ਹੋਣਗੇ। ਆਸਨਾਂ ਦੇ ਵਿੱਚ ਵੇਰੀਏਸ਼ਨ ਆ ਜਾਂਦੀ ਹੈ। ਜੇ ਬਜ਼ੁਰਗਾਂ ਨੂੰ ਕੀ, ਅਸੀਂ ਤੇ ਜਵਾਨਾਂ ਨੂੰ ਵੀ ਕਈ ਵਾਰ ਕਈ ਪ੍ਰੋਬਲਮਸ ਹੁੰਦੀਆਂ ਨੇ ਜਾਂ ਹੈਲਥ ਇਸ਼ੂਜ਼ ਹੁੰਦੇ ਨੇ, ਤੇ ਅਗਰ ਉਹ ਨਹੀਂ ਕਰ ਸਕਦੇ, ਕਈ ਵਾਰ ਮੈਟ ਦੇ ਉੱਤੇ ਨਹੀਂ ਕਰ ਸਕਦੇ, ਮੈਂ ਜਨ ਸੀਨੀਅਰਸ ਨੂੰ ਸਿਖਾਉਂਦੀ ਹਾਂ ਕੁਰਸੀ ਦੇ ਉੱਤੇ, ਕਿਉਂਕਿ ਸੀਨੀਅਰਸ ਉੱਤੇ ਥੱਲੇ ਬਹਿ ਨਹੀਂ ਸਕਦੇ, ਟੰਗਾ ਨਹੀਂ ਮੋੜ ਸਕਦੇ, ਕਹਿੰਦੇ ਨੇ ਅੰਜਨਾ ਅਸੀਂ ਯੋਗਾ ਨਹੀਂ ਕਰ ਸਕਦੇ। ਤੇ ਸੀਨੀਅਰਸ ਦਾ ਜਿਹੜਾ ਚੇਅਰ ਯੋਗਾ ਅਸੀਂ ਕਰਨੇ ਆ, ਉਹਦੇ ਵਿੱਚ 99% ਇਹ ਆਸਨ ਸਾਰੇ ਹੈਗੇ ਜਿਹੜੇ ਅਸੀਂ ਪੂਰੇ ਸਰੀਰ ਦੇ ਹਰ ਇੱਕ ਸਰੀਰ ਦੇ ਪਾਰਟ ਨੂੰ ਅਸੀਂ ਸਿਖਾਉਂਦੇ ਹਾਂ ਤੇ ਉਹਨੂੰ ਸਟਰੋਂਗ, ਸਟਰੈਂਥ ਤੇ ਫਲੈਕਸੀਬਲ ਬਣਾਉਂਦੇ ਹਾਂ। ਜਵਾਨਾਂ ਵਾਸਤੇ ਮੈਟ ਦੇ ਉੱਤੇ ਹੈਗੇ, ਲੱਗੇ ਕੋਈ ਚੀਜ਼ ਅਗਰ ਬੋਡੀ ਪ੍ਰੋਬਲਮ ਹੈਗੀ ਹੈ, ਤੁਸੀਂ ਡਿਫਰੈਂਟ ਚੀਜ਼ਾਂ ਨਾਲ ਕਰੋ, ਬਲੌਕਸ ਯੂਜ਼ ਕਰ ਸਕਦੇ ਹੋ, ਪਿਲੋਜ਼ ਯੂਜ਼ ਕਰ ਸਕਦੇ ਹੋ, ਡਿਫਰੈਂਟ ਪ੍ਰੋਪਸ ਹੁੰਦੇ ਨੇ ਉਹ ਯੂਜ਼ ਕਰ ਸਕੇ, ਇਲਾਸਟਿਕ ਬੈਂਡ ਨਾਲ ਕਰ ਸਕਦੇ ਹੋ। ਇਹੋ ਕੋਈ ਜੀ ਚੀਜ਼ ਨਹੀਂ ਯੋਗਾ ਵਿੱਚ ਜਿਹੜਾ ਕੋਈ ਵੀ ਨਾ ਕਰ ਸਕੇ, ਹਰ ਕੋਈ ਯੋਗਾ ਕਰ ਸਕਦਾ ਹੈ। ਠੀਕ ਹੈ ਅੰਜਨਾ ਜੀ, ਕੋਈ ਅਖੀਰ ਦੇ ਵਿੱਚ, ਕਿਉਂਕਿ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਹੈ, ਤੁਸੀਂ ਯੋਗਾ ਸਿਖਾਉਂਦੇ ਸੀਨੀਅਰਸ ਨੂੰ, ਔਰ ਜਦੋਂ ਉਹ ਮਤਲਬ ਖੁਸ਼ ਹੁੰਦੇ ਨੇ ਜਾਂ ਉਹਨਾਂ ਦੇ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਹੈ, ਆਪਣੇ ਆਪ ਨੂੰ ਰਿਲੈਕਸ, ਸ਼ਾਂਤ ਮਹਿਸੂਸ ਕਰਦੇ ਨੇ, ਤੇ ਤੁਹਾਡੇ ਨਾਲ ਆਪਣੇ ਨਿੱਜੀ ਅਨੁਭਵ, ਐਕਸਪੀਰੀਅੰਸ ਸ਼ੇਅਰ ਕਰਦੇ ਹੋ ਕਿ ਤੁਹਾਨੂੰ ਬੜੀ ਖੁਸ਼ੀ ਮਿਲਦੀ ਹੋਗੀ, ਇਦਾਂ ਦਾ ਕੋਈ ਅਨੁਭਵ ਸਾਡੇ ਨਾਲ ਸਾਂਝਾ ਕਰੋ। ਹੈਗਾ ਇੱਕ, ਮਤਲਬ ਪਿੱਛੇ ਮਤਲਬ ਜੇ ਅੰਕਲ ਆਂਟੀ ਨੂੰ ਸਿਖਾ ਰਹੀ ਸਾਂ ਤੇ ਅੰਕਲ ਨੇ ਆ ਕੇ ਮੈਨੂੰ 2-3 ਵਾਰ ਕਿਹਾ ਕਿ ਅੰਜਨਾ ਮੈਨੂੰ ਰਾਤੀ ਨੀਂਦਰ ਨਹੀਂ ਆਉਂਦੀ, ਤੇ ਮੇਰੀ ਜਿਹੜੀ ਵੋਟੀ ਹੈਗੀ ਉਹ ਤੇ ਪਾਸਾ ਪਲਟ ਕੇ ਸੋ ਜਾਂਦੀ ਹੈ ਤੇ ਖਰਾਟੇ ਵੀ ਮਾਰਦੀ ਹੈ। ਤੇ ਮੈਂ ਫਿਰ ਅੰਕਲ ਨੂੰ 1-2 ਜਿਹੜੇ ਬ੍ਰਹਮਰੀ ਆਸਨ, ਪ੍ਰਾਣਾਯਾਮ ਹੋਸਨ, ਅਨੁਲੋਮ ਵਿਲੋਮ ਸੀਗਾ, ਮੈਂ ਕਿਹਾ ਅੰਕਲ ਤੁਸੀਂ ਮਾਈਂਡ ਨੂੰ ਰਿਲੈਕਸ ਕਰਨਾ, ਤੁਹਾਡਾ ਮਾਈਂਡ ਰਿਲੈਕਸ ਨਹੀਂ ਹੈਗਾ ਕਿਉਂਕਿ ਤੁਸੀਂ ਟੈਨਸ਼ਨ ਕਰਦੇ ਹੋ ਕਿ ਮੈਨੂੰ ਇਹ ਬਿਮਾਰੀ ਹੈ, ਉਹ ਬਿਮਾਰੀ ਹੈ। ਮੈਂ ਕਿਹਾ ਅੰਕਲ ਬਿਮਾਰੀ ਤਾਂ ਸਭ ਦੇ ਨਾਲ ਚੱਲ ਰਹੀ ਹੈ, ਹੁਣ ਦਿਮਾਗ ਨੂੰ ਰਿਲੈਕਸ ਕਰਕੇ ਜਿਹੜਾ ਹੈਗਾ ਉਹਨੂੰ ਆਰਾਮ ਨਾਲ ਨਿਕਾਲਣਾ ਹੈ। 1-2 ਮੈਂ ਉਹਨਾਂ ਨੂੰ ਪ੍ਰਾਣਾਯਾਮ ਦਿਖਾਏ, ਖਾਸ ਕਰ ਬ੍ਰਹਮਰੀ ਪ੍ਰਾਣਾਯਾਮ ਕਰਾਏ,
15-20 दिन ਦੀ ਗੱਲ ਹੋਏਗੀ ਮੇਰੇ ਖਿਆਲ ਅੰਕਲ ਨੇ 2 ਜਾਂ 3 ਵਾਰੀ ਮਤਲਬ ਹਫਤੇ ਵਿੱਚ ਕਰਦੇ ਸਨ, ਰੋਜ਼ ਵੀ ਨਹੀਂ ਕਰਦੇ ਸਨ। 3 ਹਫਤੇ ਬਾਅਦ ਆ ਕੇ ਕਹਿੰਦੇ ਨੇ ਅੰਜਨਾ ਮੈਂ ਤੇ ਇੰਜ ਸੋਨਾ ਵਾ ਜਦ ਮੈਨੂੰ ਪਤਾ ਹੀ ਨਹੀਂ ਹੁੰਦਾ, ਸਵੇਰੇ ਨੀਂਦ ਟਾਈਮ ਤੇ ਖੁੱਲ ਜਾਂਦੀ ਹੈ ਲੇਕਿਨ ਬੜੇ ਆਰਾਮ ਨਾਲ ਸੌਂਦਾ। ਹੁਣ ਇਹ ਪੁੱਛਦੇ ਨੇ ਮੇਰੀ ਨਾਲ ਵਾਲੀ ਵੋਟੀ ਮੇਰੀ ਕਿ ਵੀ ਤੁਸੀਂ ਸੌਂਦੇ ਕਿੰਜ ਹੈਗੇ ਹੋ। ਸੋ ਇਹ ਮੈਨੂੰ ਉਹਨਾਂ ਦੀ ਜਿਹੜੀ ਬਲੇਸਿੰਗਸ ਤੇ ਦੁਆਵਾਂ ਮਿਲਦੀਆਂ, ਆਈ ਥਿੰਕ ਆਈ ਐਮ ਬਲੈਸਡ। ਮੈਂ ਸ਼ੁਕਰ ਕਰਨੀ ਆ ਭਗਵਾਨ ਦਾ ਬਹੁਤ ਬਹੁਤ ਕਿ ਗ੍ਰੈਟੀਟਿਊਡ ਦੇਣੀ ਆ ਕਿ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਕਿਸੇ ਦੀ ਲਾਈਫ ਵਿੱਚ ਵੈਲਿਊ ਐਡ ਕਰ ਸਕਾਂ। ਅੰਕਲ ਆਂਟੀ ਨੂੰ ਮੈਂ ਸਭ ਜ਼ਰੂਰ ਇਹ ਕਹਿੰਦੀ ਆ ਸੁਪਨ ਜੀ ਭਗਵਾਨ ਦਾ ਸ਼ੁਕਰਾਨੇ ਬੜੇ ਜ਼ਰੂਰੀ ਹੈਗੇ। ਅਸੀਂ ਕਰੋੜਾਂ ਤੋਂ ਚੰਗੇ ਹੈਗੇ ਆ ਤੇ ਸ਼ੁਕਰ ਕਰਨੇ ਆ, ਸਵੇਰੇ ਉੱਠਨੇ ਆ, ਅੱਖਾਂ ਖੋਲਨੇ ਆ। ਕਿੰਨੇ ਲੋਕ ਸਵੇਰੇ ਉੱਠ ਕੇ ਅੱਖਾਂ ਹੀ ਨਹੀਂ ਖੋਲ ਪਾਉਂਦੇ। 100% 100% ਤੁਸੀਂ ਸੱਚੀ ਗੱਲ ਕਹੀ। ਸਾਨੂੰ ਰੱਬ ਦਾ ਸ਼ੁਕਰ ਕਰਨਾ ਜੇ ਜੋ ਸਾਡੇ ਕੋਲ ਹੈ। ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਸਾਡੇ ਕੋਲ ਆ ਨਹੀਂ ਹੈ, ਆ ਨਹੀਂ ਹੈ, ਲੇਕਿਨ ਸਾਨੂੰ ਸੱਚਮੁੱਚ ਰੱਬ ਦਾ ਪ੍ਰਮਾਤਮਾ ਦਾ ਸ਼ੁਕਰ ਕਰੋੜਾਂ ਤੋਂ ਅੱਛੇ ਹੈਗੇ। ਜੇ ਤੁਹਾਨੂੰ ਮੈਂ ਸੱਚ ਦੱਸਾਂ ਨਾ ਕਿ ਬਹੁਤ ਸਾਰੇ ਸਵਾਲ ਨੇ ਔਰ ਬਹੁਤ ਸਾਰੀਆਂ ਗੱਲਾਂ ਮੈਂ ਜਾਣ ਰਿਹਾ, ਸਾਡੇ ਜਿਹੜੇ ਦਰਸ਼ਕ ਆ ਉਹ ਜਾਣ ਰਹੇ ਨੇ, ਲੇਕਿਨ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਅਗਲੇ ਕਿਤੇ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਫਿਰ ਤੁਸੀਂ ਸਟੂਡੀਓ ਦੇ ਵਿੱਚ ਆਇਓ ਤੇ ਜਿਹੜੀਆਂ ਯੋਗਾ ਬਾਰੇ ਹੋਰ ਗੱਲਾਂ ਜਿਹੜੀਆਂ ਮਹੱਤਵਪੂਰਨ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ। ਹੁਣ ਤੁਹਾਡਾ ਧੰਨਵਾਦ ਜੀ ਸਟੂਡੀਓ ਦੇ ਵਿੱਚ ਆਏ। ਸ਼ੁਕਰੀਆ ਤੇ ਸਭ ਨੂੰ ਨਮਸਤੇ ਮੇਰੀ ਤਰਫੋਂ। ਸਟੇ ਹੈਲਦੀ, ਬੀ ਹੈਲਦੀ, ਕਨੈਕਟ ਯੋਰ ਮਾਈਂਡ, ਯੋਰ ਬੋਡੀ ਐਂਡ ਯੋਰ ਬ੍ਰੈਥ। ਨਮਸਤੇ। ਮੈਨੂੰ ਅੱਜ ਪੂਰਾ ਯਕੀਨ ਹੈ ਕਿ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਪਸੰਦ ਆਇਆ ਹੋਗਾ। ਖਾਸ ਤੌਰ ਤੇ ਮੇਰੀ ਜਿਹੜੇ ਸੀਨੀਅਰਸ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਅੰਜਨਾ ਜੀ ਦਾ ਹੇਠ ਲਿਖੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ, ਇੱਥੇ ਕਾਲ ਕਰਕੇ ਤੁਸੀਂ ਜੇ ਤੁਹਾਨੂੰ ਨੀਂਦਰ ਨਹੀਂ ਆਉਂਦੀ ਜਿਸ ਤਰ੍ਹਾਂ ਅੰਜਨਾ ਜੀ ਨੇ ਦੱਸਿਆ ਹੈ ਤੇ ਤੁਸੀਂ ਯੋਗਾ ਕਰਨ ਵਾਸਤੇ ਇਹਨਾਂ ਦੇ ਕੋਲ ਜਾ ਸਕਦੇ ਹੋ, ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਮੇਰੇ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। आप चाहो कि आप आज ही सारे आसन कर लो और 10 बार कर लो और उसके फिर 10 दिन आपकी तबीयत चलती ठीक ना रहे, उसमें आपका कोई फ़ायदा नहीं है। सो स्लो स्टेडी, लेकिन इसको लगातार हफ्ते में 4 बार करें। कम से कम 15 से 20 मिनट से शुरू करें और आखिरी में मैं आपको कहूँगी जब आपने सारे आसन कर लिए हैं आराम से अपनी पीठ को टिका दें अपनी चेयर पे, हाथ अपने गोडों पे रख के, टांगे सामने रख के, आँखें बंद करके लंबी सी सांस लेंगे 7 से 8 बार। और जाने से पहले एक बार और मैं यही बताना चाहूँगी कि जब आप अपना आराम से सांस ले रहे हैं उसमें 1 से 2 बार ओम का मंत्रा का जो उच्चारण है वो करें। उससे बहुत शांति मिलती है और रिलैक्स होता है माइंड। नमस्ते। स्वस्थ रहिए, योगासन रोज़ करिए, प्राणायाम रोज़ करिए और अपने प्राणा को अपने हिसाब से करिए। दिमाग आपका शांत रहेगा और शरीर तंदुरुस्त रहेगा। नमस्ते।